ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੀ ਜੁਲਾਈ ਦੀਆਂ ਪ੍ਰੀਖਿਆਵਾਂ ਜਿਹੜੀਆਂ ਵਾ ਉਹ ਬਹੁਤ ਹੀ ਕਰੀਬ ਆ ਰਹੀਆਂ ਨੇ। ਸੋ ਅੱਜ ਅਸੀਂ ਜੋ ਪਲੱਸ 1 ਕਲਾਸ ਦਾ ਸੈਂਪਲ ਪੇਪਰ ਤੁਹਾਨੂੰ ਗਰੁੱਪਸ ਦੇ ਵਿੱਚ ਮਿਲ ਗਿਆ ਹੋਵੇਗਾ ਉਹਦਾ ਸੋਲੂਸ਼ਨ ਡਿਸਕਸ ਕਰਾਂਗੇ। ਸੋ ਸਾਡਾ ਜਿਹੜਾ ਜੁਲਾਈ ਟੈਸਟ ਦਾ ਕੁਐਸਚਨ ਪੇਪਰ ਆਏਗਾ ਉਹ ਤਕਰੀਬਨ ਇਸੇ ਪੈਟਰਨ ਦਾ ਆਏਗਾ। ਸੋ ਪਹਿਲਾਂ ਅਸੀਂ ਪੈਟਰਨ ਸਮਝਾਂਗੇ, ਫਿਰ ਅਸੀਂ ਦੇਖਾਂਗੇ ਕਿ ਇਹਦਾ ਜਿਹੜਾ ਸੋਲੂਸ਼ਨ ਆ ਅਸੀਂ ਕਿੱਦਾਂ ਅਟੈਂਪਟ ਕਰਕੇ ਆਪਣੇ ਜਿਹੜੇ ਆ ਮੈਕਸਿਮਮ ਮਾਰਕਸ ਜਿਹੜੇ ਅਸੀਂ ਲੈ ਸਕਦੇ ਹਾਂ। ਸੋ ਪਹਿਲਾਂ ਤਾਂ ਅਸੀਂ ਪੈਟਰਨ ਸਮਝਾਂਗੇ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੇ ਮੈਕਸਿਮਮ ਮਾਰਕਸ 20 ਨੰਬਰ ਦਾ ਸਾਡਾ ਜਿਹੜਾ ਉਹ ਟੈਸਟ ਹੋਏਗਾ। 20 ਨੰਬਰ ਦਾ ਟੈਸਟ ਹੋਏਗਾ, ਉਹਦੇ ਵਿੱਚ ਪਹਿਲਾਂ ਸਾਡੇ ਕੋਲ 8 ਜਿਹੜੇ ਆ ਉਹ ਇੱਕ ਨੰਬਰ ਦੇ ਪ੍ਰਸ਼ਨ ਆਉਣਗੇ ਸਾਰੇ। ਸੋ 8 ਉਹਦੇ ਵਿੱਚੋਂ ਕੁਝ MCQ ਹੋਣਗੇ, ਕੁਝ ਫਿਲਿੰਗ ਦਾ ਬਲੈਂਕਸ ਹੋਣਗੀਆਂ। ਸੋ ਬਾਕੀ ਕੁਝ ਤੁਹਾਨੂੰ ਸੋਲਵ ਵੀ ਕਰਨੇ ਪੈ ਸਕਦੇ ਆ। ਉਸ ਤੋਂ ਬਾਅਦ ਸੈਕੰਡਲੀ ਸਾਡੇ ਕੋਲ ਜਿਹੜਾ ਸੈਕੰਡ ਪਾਰਟ ਹੋਏਗਾ ਉਹ 2-2 ਮਾਰਕਸ ਦੇ ਸਾਡੇ ਕੋਲ 2 ਕੁਐਸਚਨ ਆਏਗੇ। 2 ਮਾਰਕਸ ਦਾ ਇੱਕ ਕੁਐਸਚਨ, 2 ਮਾਰਕਸ ਦਾ ਇੱਕ ਕੁਐਸਚਨ। ਸੋ 4 ਮਾਰਕਸ ਸਾਡੇ ਕੋਲ ਇਹ ਹੋ ਗਏ, 8 ਸਾਡੇ ਕੋਲ ਪਹਿਲਾਂ ਵਾਲੇ ਸੀਗੇ। ਸੋ ਇਹਨਾਂ ਦੋਨਾਂ ਦਾ ਸਾਡੇ ਕੋਲ ਸੋਲੂਸ਼ਨ ਹੋਏਗਾ, ਅਸੀਂ ਦੇਖਾਂਗੇ ਉਸ ਤੋਂ ਬਾਅਦ ਕਿ ਕਿੱਦਾਂ ਅਸੀਂ ਇਹਨਾਂ ਨੂੰ ਸੋਲੂਸ਼ਨ ਕਰ ਸਕਦੇ ਹਾਂ। ਥਰਡਲੀ ਸਾਡੇ ਕੋਲ ਜਿਹੜੇ 4-4 ਮਾਰਕਸ ਦੇ 2 ਕੁਐਸਚਨ ਆ, 4 ਮਾਰਕਸ ਐਂਡ 4 ਮਾਰਕਸ। ਸੋ ਇਹਦੇ ਵਿੱਚ ਸਾਨੂੰ ਔਰ ਦਿੱਤਾ ਵਾ। ਸੋ ਇਹਦੇ ਵਿੱਚ ਅਸੀਂ ਮੇਬੀ ਸਾਡੇ ਦੋਨਾਂ ਵਿੱਚ ਵੀ ਔਰ ਆ ਜਾਵੇ ਜਾਂ ਇੱਕ ਵਿੱਚ ਔਰ ਆ ਜਾਵੇ। ਸੋ ਇਹ ਅਸੀਂ ਡਿਸਕਸ ਕਰਾਂਗੇ ਬਾਅਦ ਚੋਂ। ਸੋ 2 ਕੁਐਸਚਨ ਸਾਨੂੰ 4-4 ਮਾਰਕਸ ਦੇ ਆਉਣੇ ਆ, 8 ਮਾਰਕਸ। 8 ਕੁਐਸਚਨ ਸਾਨੂੰ 1-1 ਮਾਰਕਸ ਦੇ ਆਉਣੇ ਆ, 16 ਮਾਰਕਸ ਹੋ ਜਾਣੇ ਟੋਟਲ। ਤੇ 2 ਕੁਐਸਚਨ ਸਾਡੇ ਕੋਲ 2-2 ਮਾਰਕਸ ਦੇ ਆ। ਸੋ ਇਹ ਸਾਡੇ ਕੋਲ ਸਿਸਟਮ ਆ। ਸੋ ਜੇ ਮੈਂ ਇੱਥੇ ਲਿਖ ਕੇ ਤੁਹਾਨੂੰ ਡਿਸਕਸ ਕਰਾਂ ਤਾਂ 1 ਮਾਰਕਸ ਦੇ 8 ਪ੍ਰਸ਼ਨ ਸਾਨੂੰ ਆਉਣੇ ਆ ਤੇ ਟੋਟਲ ਨੰਬਰ 8 ਹੋ ਜਾਣੇ ਆ। ਸੇ 2 ਨੰਬਰਾਂ ਦੇ ਸਾਨੂੰ ਸਿਰਫ 2 ਹੀ ਕੁਐਸਚਨ ਆਉਣੇ ਆ। ਸੋ ਸਾਡੇ ਮਾਰਕਸ ਹੋ ਜਾਣੇ 4। ਸੋ 4 ਮਾਰਕਸ ਦੇ ਜਿਹੜੇ ਸਾਡੇ ਕੋਲ 2 ਕੁਐਸਚਨ ਆਉਣੇ ਆ। ਸੋ ਸਾਡੇ ਮਾਰਕਸ ਕਿੰਨੇ ਆਏ ਨੇ 8। ਸੋ ਇਹ ਸਾਡੇ ਕੁਐਸਚਨਸ ਆ, ਇਹ ਸਾਡੇ ਮਾਰਕਸ। ਠੀਕ ਆ, ਇਹ 1 ਮਾਰਕਸ, 2 ਮਾਰਕਸ, 4 ਮਾਰਕਸ, 8 ਕੁਐਸਚਨ, 2 ਕੁਐਸਚਨ ਐਂਡ 2 ਕੁਐਸਚਨ। ਸੋ ਇਹ ਟੋਟਲ ਸਾਡਾ ਕਿੰਨੇ ਨੰਬਰ ਦਾ ਟੈਸਟ ਹੋਣਾ 20 ਮਾਰਕਸ ਦਾ। ਸੋ ਆਓ ਅਸੀਂ ਹੁਣ ਡਿਸਕਸ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦਾ ਸੋਲੂਸ਼ਨ ਜਿਹੜਾ ਵਾ ਉਹ ਕਰਾਂਗੇ। ਤੇ ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਮੈਮਰੀ ਬੇਸਡ ਨੇ ਉਹ ਅਸੀਂ ਯਾਦ ਕਰਕੇ ਉਸ ਹਿਸਾਬ ਨਾਲ ਅਸੀਂ ਸਮ ਜਿਹੜਾ ਵਾ ਉਹ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸੋ ਪਹਿਲਾ ਕੁਐਸਚਨ ਹੈ ਸਾਡੇ ਕੋਲ, ਕਹਿੰਦਾ ਸੈਟ ਆਫ ਪ੍ਰਾਈਮ ਨੰਬਰਸ ਲੈਸ ਦੈਨ 50। ਸੋ ਦੇਖੋ ਪ੍ਰਾਈਮ ਨੰਬਰਸ ਜਿਹੜੇ ਹੁੰਦੇ ਆ ਉਹ ਹੁੰਦੇ ਆ 2, 3, 5, 7, 11, 13, 15, ਸੌਰੀ 15 ਨਹੀਂ ਆਏਗਾ, 17 ਆਏਗਾ। ਸੋ ਇਸ ਤਰੀਕੇ ਨਾਲ ਬਹੁਤ ਸਾਰੇ ਨੰਬਰ ਹੋਣਗੇ, ਬਟ ਉਹ ਕਹਿੰਦਾ 50 ਤੋਂ ਛੋਟੇ, ਲੈਸ ਦੈਨ 50। ਸੋ 50 ਤੋਂ ਛੋਟੇ ਤਾਂ ਵੈਸੇ ਹੀ ਸਾਨੂੰ ਪਤਾ 49 ਨੰਬਰ ਹੁੰਦੇ ਆ। ਸੋ 49 ਨੰਬਰ ਆ, ਬਟ ਇਹਦੇ ਵਿੱਚ ਕਾਫੀ ਨੰਬਰ ਆ 2, 3, 5, 7, ਹਾਰਡਲੀ ਸਾਡੇ ਕੋਲ 47 ਤੱਕ ਜਾਏਗਾ। ਸੋ ਇਹ ਜਿਹੜੇ ਨੰਬਰ ਹੋਣਗੇ ਇਹ ਫਾਈਨਾਈਟ ਹੋਏਗਾ। ਸੋ ਸਾਡਾ ਜਿਹੜਾ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਹੋਏਗਾ ਦੈਟ ਇਜ਼ ਫਾਈਨਾਈਟ। ਸੋ ਇਹ ਸਾਡਾ ਰਾਈਟ ਆਨਸਰ ਆ ਜਾਏਗਾ। ਕਿਉਂਕਿ ਫਾਈਨਾਈਟ ਦਾ ਮਤਲਬ ਹੁੰਦਾ ਵਾ ਕਿ ਅੱਖਰ ਜਿਹੜੇ ਆ ਉਹ ਗਿਣੇ ਜਾ ਸਕਦੇ ਆ, ਤੇ 50 ਤੋਂ ਥੱਲੇ ਤਾਂ ਵੈਸੇ ਹੀ ਅੱਖਰ ਜਿਹੜੇ ਆ ਉਹ ਗਿਣੇ ਜਾ ਸਕਦੇ ਆ। ਸਾਨੂੰ ਪਤਾ 49 ਨੰਬਰ ਹੁੰਦੇ ਆ 50 ਤੋਂ ਥੱਲੇ, ਪਰ ਪ੍ਰਾਈਮ ਨੰਬਰ ਵਿੱਚੋਂ ਕੁਝ ਹੁੰਦੇ ਆ ਉਹ ਉਦੋਂ ਵੀ ਥੋੜੇ ਹੋਣਗੇ। ਜੇ ਅਸੀਂ ਇਹਨੂੰ ਪੂਰਾ ਬਣਾ ਕੇ ਗਿਣਦੇ 47 ਤੱਕ ਕਿ ਕਿੰਨੇ ਬਣਦੇ ਆ ਤਾਂ ਆਈਡੀਆ ਨਾਲ ਸਾਡੇ 20-25 ਬਣਨੇ ਸੀਗੇ। ਸੋ ਇਹ ਗਿਣੇ ਜਾ ਸਕਦੇ, ਇਸ ਕਰਕੇ ਸਾਡਾ ਪਹਿਲੇ ਦਾ ਆਨਸਰ ਕਿੰਨਾ ਆ ਜਾਣਾ ਵਾ। ਸੋ ਅਸੀਂ ਲਿਖਾਂਗੇ ਫਸਟ ਦਾ ਆਨਸਰ। ਅਸੀਂ ਇਸ ਤਰੀਕੇ ਨਾਲ ਅਟੈਂਪਟ ਕਰ ਸਕਦੇ ਹਾਂ ਕਿ A ਇਜ਼ ਕਰੈਕਟ। ਐਕਸਪਲੇਨੇਸ਼ਨ ਜਿਹੜੀ ਆ ਤੁਸੀਂ ਆਪਣੀ ਮਾਈਂਡ ਦੇ ਵਿੱਚ ਸੋਚਣੀ। ਸੋ ਦੂਜਾ ਜਿਹੜਾ ਕੁਐਸਚਨ ਆ ਸਾਡੇ ਕੋਲ, ਉਹ ਸਾਡੇ ਕੋਲ ਕੋਫੀਸ਼ੀਐਂਟ ਆਫ ਵੇਰੀਏਸ਼ਨ ਹੁੰਦਾ ਵਾ। ਇਹਦੇ ਵਿੱਚ ਤੁਹਾਡਾ 15 ਚੈਪਟਰ ਆ ਤੁਹਾਡਾ ਸਟੈਟਿਸਟਿਕ ਜਾਂ 14th ਹੋਏਗਾ। ਉਹਦੇ ਵਿੱਚ ਸਟੈਂਡਰਡ ਡੇਵੀਏਸ਼ਨ ਤੇ ਮੀਨ ਅਸੀਂ ਕੱਢਦੇ ਹਾਂ। ਸੋ ਜਿਹੜੀ ਇਹ ਥੱਲੇ ਫਿਲਿੰਗ ਦਾ ਬਲੈਂਕਸ ਆ ਇਹਦੇ ਵਿੱਚ ਸਾਡਾ ਜਿਹੜਾ ਫਾਰਮੂਲਾ ਵਾ ਉਹ ਕੀ ਆਉਣਾ ਵਾ, ਸੋ ਮੀਨ ਆਏਗਾ। ਸੋ ਸਾਡੇ ਕੋਲ ਨੀਚੇ ਕਿੰਨਾ ਆ ਜਾਏਗਾ, ਅਗੇਨ A ਇਜ਼ ਕਰੈਕਟ ਆਨਸਰ। ਬਟ ਤੁਸੀਂ ਇਹ ਫਾਰਮੂਲਾ ਯਾਦ ਰੱਖ ਲੈਣਾ ਵਾ, ਤੁਹਾਡੇ ਕੋਈ ਕਿਸੇ ਵੀ ਤਰੀਕੇ ਨਾਲ ਪੁੱਛ ਸਕਦੇ ਆ। ਸੋ ਸਾਡੇ ਕੋਲ ਇੱਥੇ ਕੀ ਆਉਣਾ ਵਾ, ਮੀਨ। ਇਹ ਵੀ ਸਕਿਪ ਹੋ ਜਾਣਾ, ਇਹ ਵੀ ਸਕਿਪ ਹੋ ਜਾਣਾ, ਐਂਡ ਨਨ ਆਫ ਦਾ ਦਿਸ ਤਾਂ ਹੈ ਹੀ ਨਹੀਂ। ਸੋ ਸਾਡਾ ਜਿਹੜਾ ਆਨਸਰ ਆ ਉਹ A ਹੋਏਗਾ, ਬਟ ਮੈਂ ਇਸ ਤਰੀਕੇ ਨਾਲ ਅਟੈਂਪਟ ਕਰੂੰਗਾ ਆਪਣਾ ਕੁਐਸਚਨ। ਸੋ ਥਰਡ ਆਨਸਰ, ਜੀਪੀ ਦੇ ਬਾਰੇ ਤੁਸੀਂ ਨਹੀਂ ਸੁਣਿਆ, ਤੁਸੀਂ AP ਦੇ ਬਾਰੇ ਸੁਣਿਆ ਵਾ, ਜੋ 10ਵੀਂ ਜਮਾਤ ਦੇ ਵਿੱਚ ਤੁਸੀਂ ਅੰਕ ਗਣਿਤਿਕ ਲੜੀ ਪੜ੍ਹੀ ਸੀ, ਬਟ ਇਹ ਜੀਪੀ ਆ ਤੁਹਾਡੇ ਪਲੱਸ 1 ਕਲਾਸ ਦੇ ਵਿੱਚ। ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਾਂ AP ਦੇ ਵਿੱਚ ਸਾਡੇ ਕੋਲ ਇੱਕ ਸਾਂਝਾ ਅੰਤਰ ਹੁੰਦਾ ਸੀ। ਜਿਹੜੇ ਪੰਜਾਬੀ 'ਚ ਪੜ੍ਹੇ ਆ ਉਹਨਾਂ ਨੂੰ ਸਾਂਝਾ ਅੰਤਰ ਯਾਦ ਹੋਏਗਾ, ਜਿਹੜੇ ਇੰਗਲਿਸ਼ 'ਚ ਪੜ੍ਹੇ ਆ ਉਹਨਾਂ ਦਾ ਹੁੰਦਾ ਕਾਮਨ ਡਿਫਰੈਂਸ। ਕਾਮਨ ਡਿਫਰੈਂਸ ਮਤਲਬ ਡਿਫਰੈਂਸ ਆਉਂਦਾ ਸੀ, ਬਟ ਇਹਦੇ ਵਿੱਚ ਜਿਹੜੀ ਆ ਉਹ ਕਾਮਨ ਰੇਸ਼ੀਓ ਆਉਂਦੀ ਆ। ਰੇਸ਼ੀਓ ਨਿਕਲਦੀ ਕਿੱਦਾਂ ਹੁੰਦੀ ਆ, ਦੇਖੋ AP ਦੇ ਵਿੱਚ ਅਸੀਂ ਇਦਾਂ ਕਰਦੇ ਹੁੰਦੇ ਸੀ 2, 4, 6, 8। ਅਸੀਂ ਕਹਿੰਦੇ ਸੀ ਕਿ 4 ਦੇ ਵਿੱਚੋਂ 2 ਮਾਈਨਸ ਕਰ ਦਿਓ,
4 ਦੇ ਵਿੱਚੋਂ 2 ਮਾਈਨਸ ਕਰਕੇ ਸਾਡਾ ਜਿਹੜਾ ਕਾਮਨ ਡਿਫਰੈਂਸ ਆ ਜਾਂਦਾ ਸੀ। ਬਟ ਇਹਦੇ ਵਿੱਚ ਅਸੀਂ ਰੇਸ਼ੀਓ ਕਿੱਦਾਂ ਕੱਢਦੇ ਹਾਂ, ਅਸੀਂ ਕਹਾਂਗੇ ਕਾਮਨ ਰੇਸ਼ੀਓ। ਸੋ ਕਾਮਨ ਰੇਸ਼ੀਓ ਕੱਢਣ ਦਾ ਤਰੀਕਾ ਹੁੰਦਾ ਕਿ ਦੂਜੀ ਰਕਮ ਨੂੰ ਪਹਿਲੀ ਰਕਮ ਨਾਲ ਤਕਸੀਮ ਕਰ ਦਿਓ। ਮਤਲਬ ਅਸੀਂ 25/5 ਲਿਖ ਦਾਂਗੇ ਜਾਂ 125/25 ਲਿਖ ਦਾਂਗੇ, 125/25। ਜੇ ਅਗਲੀਆਂ ਰਕਮਾਂ ਲਿਖੀਆਂ ਨਹੀਂ ਹੋਈਆਂ ਤੁਸੀਂ ਇਹਨਾਂ ਨੂੰ ਕੱਟੋਗੇ, ਹਮੇਸ਼ਾ ਤੁਹਾਡਾ ਆਨਸਰ ਜਿਹੜਾ ਵਾ ਉਹ 5 ਆਏਗਾ। ਭਾਵੇਂ ਇਹਨੂੰ ਕੱਟ ਕੇ ਦੇਖ ਲਓ, 25 ਏਕਮ 25 25 5। ਮਤਲਬ ਅਸੀਂ ਨਾਲ ਲੱਗਦੀਆਂ ਦੋ ਰਕਮਾਂ ਨੂੰ ਤਕਸੀਮ ਕਰ ਦੇਣਾ ਵਾ, ਤੁਹਾਡੀ ਜਿਹੜੀ ਉਹ ਸਾਂਝਾ ਮਤਲਬ ਜਿਹੜੀ ਸਾਂਝੀ ਰੇਸ਼ੀਓ ਜਿਹੜੀ ਉਹ ਆ ਜਾਏਗੀ। ਸੋ ਸਾਡਾ A ਅਗੇਨ ਕਰੈਕਟ ਆਨਸਰ ਆ ਗਿਆ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਵਾ ਉਹ ਕਾਮਨ ਰੇਸ਼ੀਓ ਜਿਹੜੀ ਉਹ ਕੱਢ ਸਕਦੇ ਆ। ਸੋ ਮੈਂ ਇੱਥੇ ਲਿਖ ਦਿੰਦਾ ਕਿ ਇਹਦੇ ਵਿੱਚ ਕੀ ਹੁੰਦਾ ਵਾ, ਤੁਹਾਡੇ ਕੋਲ ਦੂਜੀ ਰਕਮ ਬਟਾ ਪਹਿਲੀ ਰਕਮ। ਸੋ ਦੂਜੀ ਰਕਮ ਕਿੰਨੀ ਆ ਸਾਡੇ ਕੋਲ 25 ਤੇ ਪਹਿਲੀ ਰਕਮ ਕਿੰਨੀ ਆ 5। ਸੋ ਇਸ ਕਰਕੇ ਆ ਸਾਡੀ A1 ਆ, ਆ ਸਾਡੀ A2 ਆ। ਦੂਜੀ ਰਕਮ ਬਟਾ ਪਹਿਲੀ ਰਕਮ, ਸਾਡਾ ਆਨਸਰ ਕਿੰਨਾ ਆ ਗਿਆ 5 ਆ ਗਿਆ ਇੱਥੇ। ਸੋ ਅਸੀਂ ਕਹਾਂਗੇ A ਇਜ਼ ਕਰੈਕਟ। ਸੋ ਸਾਡੇ ਕੋਲ ਥਰਡ ਵੀ ਉੱਤਰ ਹੋ ਗਿਆ। ਚੌਥਾ ਜਿਹੜਾ ਆਨਸਰ ਵਾ ਉਹ ਮੈਮਰੀ ਬੇਸਡ ਆ। ਜੇ ਸਾਡੇ ਕੋਲ ਕਿਸੇ ਸੈੱਟ ਦੇ ਵਿੱਚ n ਸੈੱਟ ਵਾ, ਮੰਨ ਲਓ ਇੱਕ ਸੈੱਟ ਵਾ ਉਹਦੇ ਵਿੱਚ ਤੁਹਾਡੇ ਕੋਲ 4 ਐਲੀਮੈਂਟ ਆ ਸਿਰਫ। ਜੇ 4 ਐਲੀਮੈਂਟ ਆ ਤਾਂ ਟੋਟਲ ਨੰਬਰ ਆਫ ਸਬਸੈਟਸ ਜਿਹੜੇ ਹੁੰਦੇ ਨਾ, ਨੰਬਰ ਆਫ ਸਬਸੈਟਸ, ਜਿੰਨੇ ਐਲੀਮੈਂਟ ਹੋਣ ਉਹਦੀ ਪਾਵਰ ਆ ਜਾਂਦੀ 2 ਦੀ ਪਾਵਰ 4। ਇੱਥੇ ਸਾਡੇ ਕੋਲ ਕਿੰਨੇ ਐਲੀਮੈਂਟ ਆ, ਜੇ ਸਾਨੂੰ ਸਪੋਜ਼ ਕਰੋ n ਦਿੱਤਾ ਵਾ ਤਾਂ 2 ਦੀ ਪਾਵਰ n ਸਾਡਾ ਆਨਸਰ ਆ ਜਾਏਗਾ। ਸੋ ਸਾਡਾ ਆਨਸਰ ਹੋਏਗਾ A ਇਜ਼ ਅਗੇਨ ਕਰੈਕਟ। ਸੋ ਇਹਦਾ ਮਤਲਬ ਇੱਕ ਬੱਚਿਓ ਇਹ ਨਾ ਸਮਝ ਲੈਣਾ ਕਿ ਸਾਰੇ A ਆਨਸਰ ਆ ਰਹੇ ਆ ਤੇ ਸਾਡੇ ਜੋ ਜੁਲਾਈ ਟੈਸਟ ਆਏਗਾ ਉਹਦੇ ਵਿੱਚ ਵੀ ਸਾਰੇ A ਹੋਣਗੇ। ਸੋ ਪੂਰਾ ਲੌਜਿਕ ਲਗਾਉਣਾ ਵਾ, ਉਸ ਹਿਸਾਬ ਨਾਲ ਅਸੀਂ ਆਨਸਰ ਦੇਣੇ ਆ। ਸੋ ਜਿੰਨੇ ਐਲੀਮੈਂਟ ਹੋਣਗੇ, ਜੇ ਇੱਕ ਐਲੀਮੈਂਟ ਹੋਰ ਵੱਧ ਜਾਂਦਾ ਪੇਪਰ ਦੇ ਵਿੱਚ ਸ਼ਾਇਦ ਤੁਹਾਨੂੰ ਇਦਾਂ ਆ ਜਾਵੇ ਕਿ A ਦੇ ਵਿੱਚ ਇੰਨੇ ਐਲੀਮੈਂਟ ਵਾ 1 2 3 4 5, ਤਾਂ ਇਹਦੇ ਕਿੰਨੇ ਸਬਸੈਟ ਹੋਣਗੇ, ਤੁਸੀਂ ਕਹੋਗੇ 2 ਦੀ ਪਾਵਰ 5। ਜੇ 2 ਦੀ ਪਾਵਰ 5 ਲਿਖਿਆ ਹੋਇਆ ਤਾਂ ਉਹ ਆਨਸਰ ਹੋਏਗਾ, ਨਹੀਂ ਤਾਂ 2 ਦੀ ਪਾਵਰ 5 32 ਵੀ ਹੁੰਦਾ ਵਾ, ਕਿਉਂਕਿ 2 ਦੀ ਪਾਵਰ 5 ਨੂੰ ਜਦੋਂ ਤੁਸੀਂ ਸੋਲਵ ਕਰੋਗੇ ਤੁਹਾਡੇ ਕੋਲ 5 ਵਾਰੀ 2 ਆਏਗਾ ਤੇ ਇਹਨਾਂ ਨੂੰ ਗੁਣਾ ਕਰਕੇ ਤੁਹਾਡੇ ਕੋਲ 32 ਆਨਸਰ ਆਏਗਾ। ਸੋ ਇਸ ਤਰੀਕੇ ਨਾਲ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ। ਸੋ ਜੇ ਇਦਾਂ ਦਾ ਕੋਈ ਸਮ ਆਇਆ, ਸੋ ਫੋਰਥ ਸਮ ਦਾ ਵੀ ਸਾਡਾ A ਆਨਸਰ ਆ। ਉਸ ਤੋਂ ਬਾਅਦ ਅਰਿਥਮੈਟਿਕ ਮੀਨ। ਸੋ ਦੇਖੋ ਅਰਿਥਮੈਟਿਕ ਮੀਨ ਜੇ ਦੋ ਪੋਜ਼ਿਟਿਵ ਰੀਅਲ ਨੰਬਰ, ਕੋਈ ਵੀ ਦੋ ਪੋਜ਼ਿਟਿਵ ਰੀਅਲ ਨੰਬਰ ਤੁਹਾਡੇ ਕੋਲ ਹੋ ਸਕਦੇ, 2 3 ਹੋ ਸਕਦੇ ਆ, 4 5 ਹੋ ਸਕਦੇ ਆ। ਜੇ ਅਸੀਂ ਅਰਿਥਮੈਟਿਕ ਮੀਨ ਕੱਢਣਾ ਨਾ, ਵੈਸੇ ਵੀ ਤੁਹਾਨੂੰ ਪਤਾ ਕਿ ਜਿਹੜਾ ਅਸੀਂ ਮੱਧਮਾਨ ਕੱਢਦੇ ਆ, ਮੀਨ ਨੂੰ ਪੰਜਾਬੀ ਦੇ ਵਿੱਚ ਮੱਧਮਾਨ ਕਹਿੰਦੇ ਆ, ਉਹ ਅਸੀਂ ਕਿੱਦਾਂ ਕੱਢਦੇ ਹੁੰਦੇ ਕਿ ਜਿੰਨੇ ਅੱਖਰ ਹੋਣ ਉਹਨਾਂ ਨੂੰ ਜੋੜ ਕੇ ਉਹਨੂੰ 2 ਨਾਲ ਤਕਸੀਮ ਕਰ ਦਈਦਾ। ਜਿੰਨੇ ਅੱਖਰ ਵਾ ਉਹਨਾਂ ਹੀ ਤਕਸੀਮ ਕਰ ਦਈਦਾ। ਜੇ 3 ਅੱਖਰ ਹੁੰਦੇ ਤਾਂ ਅਸੀਂ ਤਿੰਨਾਂ ਨੂੰ ਜੋੜ ਕੇ ਉਹਨੂੰ 3 ਨਾਲ ਹੀ ਤਕਸੀਮ ਕਰ ਦੇਣਾ ਸੀ। ਬਟ ਹੁਣ ਸਾਡੇ ਕੋਲ ਇੱਥੇ ਕਿੰਨੇ ਅੱਖਰ ਵਾ ਉਹਨਾਂ ਨੇ ਦਿੱਤੇ ਹੋਏ, ਉਹ ਕਹਿੰਦੇ ਕਿ 2 ਅੱਖਰ ਵਾ। ਸੋ ਸਾਡੇ ਕੋਲ ਕਿਹੜੇ ਕਿਹੜੇ ਅੱਖਰ ਆ, ਸਿਰਫ ਇੱਕ A ਆ ਤੇ ਇੱਕ B ਆ। ਸੋ ਸਾਡਾ ਉੱਤਰ ਕਿੰਨਾ ਆ ਜਾਏਗਾ, ਇਹਨਾਂ ਦੋਵਾਂ ਨੂੰ ਜੋੜ ਕੇ 2 ਨਾਲ ਤਕਸੀਮ ਅਸੀਂ ਕਰ ਲਾਂਗੇ। ਸੋ ਸਾਡਾ ਅਗੇਨ ਜਿਹੜਾ ਆਨਸਰ ਵਾ ਉਹ A ਜਿਹੜਾ ਸਹੀ ਆ ਜਾਏਗਾ। ਸੋ ਦੇਖੋ ਅਗੇਨ ਸਾਡਾ A ਆਨਸਰ ਸਹੀ ਆ ਗਿਆ। ਸੋ ਇਹਦਾ ਮਤਲਬ ਇਹ ਨਹੀਂ ਸਮਝਣਾ ਤੁਸੀਂ ਕਿ ਤੁਹਾਡਾ ਹਮੇਸ਼ਾ A ਹੀ ਆਨਸਰ ਸਹੀ ਆਏਗਾ, ਇਹ ਕੁਦਰਤੀ ਸਾਡਾ ਆਨਸਰ ਸੇਮ ਆ ਰਿਹਾ। ਸੋ ਦੋਨਾਂ ਦਾ ਜੋੜ ਕਰਕੇ 2 ਅੱਖਰ ਸੀਗੇ। ਮੀਨ ਦਾ ਮਤਲਬ ਹੁੰਦਾ ਵਾ ਮੱਧਮਾਨ। ਮੱਧਮਾਨ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਹੋਇਆ, ਜਿਨ੍ਹਾਂ ਨੇ ਪੰਜਾਬੀ 'ਚ ਪੜ੍ਹਿਆ, ਜਿਨ੍ਹਾਂ ਨੇ ਇੰਗਲਿਸ਼ 'ਚ ਪੜ੍ਹਿਆ ਉਹਨਾਂ ਲਈ ਤਾਂ ਬਹੁਤ ਈਜ਼ੀ ਆ। 2 ਅੱਖਰਾਂ ਦਾ ਮੱਧਮਾਨ ਕੱਢਣਾ, ਦੋਨਾਂ ਨੂੰ ਜੋੜ ਕੇ ਡਿਵਾਈਡਡ ਬਾਈ 2 ਸਾਡਾ A ਆਨਸਰ ਆ ਗਿਆ। ਸੋ ਰੇਂਜ ਤੁਸੀਂ ਛੋਟੀ ਕਲਾਸ 'ਚ ਪੜ੍ਹੀ ਹੋਈ ਆ। ਰੇਂਜ ਦਾ ਮਤਲਬ ਹੁੰਦਾ ਵਾ ਹਾਈਐਸਟ ਵੈਲਿਊ ਮਾਈਨਸ ਲੋਐਸਟ ਵੈਲਿਊ। ਤੁਹਾਨੂੰ ਇੱਕ ਡਾਟਾ ਦਿੱਤਾ ਹੋਏਗਾ। ਸੋ ਮੈਂ 6ਵੇਂ ਦਾ ਆਨਸਰ ਇੱਥੇ ਲਿਖੂੰਗਾ ਕਿ ਰੇਂਜ ਕਿਹਦੇ ਬਰਾਬਰ ਹੁੰਦੀ ਆ, ਦੈਟ ਇਜ਼ ਇਕੁਅਲ ਟੂ ਹਾਈਐਸਟ ਵੈਲਿਊ ਮਾਈਨਸ ਲੋਐਸਟ ਵੈਲਿਊ। ਸੋ ਇਹ ਸਾਡੀ ਜਿਹੜੀ ਆ ਰੇਂਜ ਹੋਏਗੀ। ਸੋ ਕੋਈ ਵੀ ਡਾਟਾ ਦਿੱਤਾ ਹੋਏਗਾ 2 3 5 7 9 11 ਹੈ ਨਾ 1, ਸਭ ਤੋਂ ਵੱਡਾ ਡਾਟਾ 11 ਵਾ, ਸਭ ਤੋਂ ਛੋਟਾ ਡਾਟਾ 1 ਆ। ਇਹਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ, ਸਾਡਾ 10 ਰੇਂਜ ਆ ਜਾਏਗੀ। ਜੇ ਤੁਹਾਨੂੰ ਵੈਸੇ ਪ੍ਰੈਕਟੀਕਲ ਵੀ ਕੋਈ ਡਾਟਾ ਆ ਗਿਆ, ਸਭ ਤੋਂ ਵੱਡੀ ਰਕਮ ਦੇ ਵਿੱਚੋਂ ਸਭ ਤੋਂ ਛੋਟੀ ਰਕਮ ਤੁਸੀਂ ਘਟਾ ਕੇ ਆਨਸਰ ਜਿਹੜਾ ਉਹ ਲਿਖ ਸਕਦੇ ਹੋ। ਉਸ ਤੋਂ ਬਾਅਦ 7ਵਾਂ ਹੱਲ ਵਾ, ਮੈਂ ਇੱਥੇ ਕਰ ਦਿੰਦਾ। ਸੋ 7ਵਾਂ ਸੋਲੂਸ਼ਨ ਸਾਡੇ ਕੋਲ ਹੈ ਰੋਸਟਰ ਫਾਰਮ ਬਾਰੇ ਅਸੀਂ ਪੜ੍ਹਿਆ ਹੋਇਆ ਵਾ। ਅਸੀਂ ਇਹਦੀ ਰੋਸਟਰ ਫਾਰਮ ਲਿਖਣੀ ਆ। ਸਾਡੇ ਕੋਲ ਜਿਹੜਾ ਸੈੱਟ ਵਾ ਉਹ ਸਾਡੇ ਕੋਲ ਹੈ X। ਸੋ X is a positive integer। ਸਾਡੇ ਕੋਲ ਕੀ ਹੈ, X is a positive integer and X square ਜਿਹੜਾ ਵਾ ਉਹ ਲੈਸ ਦੈਨ ਇਕੁਅਲ ਟੂ 40 ਹੋਣਾ ਚਾਹੀਦਾ। ਸੋ ਦੇਖੋ ਜੇ ਤੁਸੀਂ ਇਹਨੂੰ ਰੋਸਟਰ ਫਾਰਮ 'ਚ ਲਿਖੋਗੇ, ਮੰਨ ਲਓ ਇਹਨੂੰ ਤੁਸੀਂ A ਮੰਨ ਲਿਆ ਵਾ, ਤੁਸੀਂ ਕਹੋਗੇ ਇਨ ਰੋਸਟਰ ਫਾਰਮ। ਇਨ ਰੋਸਟਰ ਫਾਰਮ ਇਹਦੇ ਵਿੱਚ ਕੀ ਕੀ ਆਏਗਾ,
देखो x पॉजिटिव इंटीजर आ, पॉजिटिव इंटीजर पहला तुहानूं पता होना चाहिए किहड़े हुंदे आ। इंटीजर वो हुंदे आ जिहड़े संपूर्ण संख्यावां हुंदियां वा। इंटीजर शुरू हुंदे आ पॉजिटिव जिहड़े आ वो 1 तो शुरू हुंदे आ, 1 2 3 4 5 6 7 8 9 एंड सो ऑन, जिन्ना चिर मर्जी लिखी चलीए असीं। ते आ गल सच होनी चाहिए। सो देखो 1 दा स्केयर जिहड़ा वा वो 40 तो छोटा हुंदा वा, सो ਇਹਦਾ मतलब 1 ਇਹਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ 2 ਦਾ ਜਿਹੜਾ ਸਕੇਅਰ ਹੁੰਦਾ ਉਹ 4 ਹੁੰਦਾ ਵਾ, 2 ਦਾ ਸਕੇਅਰ 4 ਹੁੰਦਾ, ਇਹ ਵੀ 40 ਤੋਂ ਛੋਟਾ ਵਾ। ਸੋ ਸਾਨੂੰ ਆਈਡੀਆ ਹੋ ਜਾਏਗਾ। ਦੇਖੋ ਵੱਧ ਤੋਂ ਵੱਧ 6 ਦਾ ਸਕੇਅਰ 36 ਹੁੰਦਾ ਵਾ, ਜਿਹੜਾ 40 ਤੋਂ ਛੋਟਾ ਹੁੰਦਾ। ਉਸ ਤੋਂ ਬਾਅਦ 7 ਦਾ ਸਕੇਅਰ ਜਿਹੜਾ ਵਾ 49 ਆ ਜਾਂਦਾ, 49 40 ਤੋਂ ਛੋਟਾ ਨਹੀਂ ਹੁੰਦਾ। ਸੋ ਇਸ ਕਰਕੇ ਸਾਡੇ ਇੱਥੇ ਨੰਬਰ ਕਿੰਨੇ ਆਉਣਗੇ? 2 3 4 5 ਤੇ 6 ਤੱਕ ਸਾਡੇ ਕੋਲ ਨੰਬਰ ਆ ਜਾਣਗੇ। ਸੋ ਇਹ ਸਾਡਾ 7ਵੇਂ ਪ੍ਰਸ਼ਨ ਦਾ ਜਿਹੜਾ ਹੱਲ ਹੋਏਗਾ ਤੇ ਸਾਡਾ 1 ਨੰਬਰ ਪੱਕਾ ਹੋ ਜਾਏਗਾ। ਸੋ 7 ਨੰਬਰ ਸਾਡੇ ਇੱਥੇ ਪੂਰੇ ਹੋ ਚੁੱਕੇ ਆ। ਉਸ ਤੋਂ ਬਾਅਦ ਅਸੀਂ 8ਵੇਂ ਸੋਲੂਸ਼ਨ ਦੀ ਗੱਲ ਕਰਦੇ, ਕਹਿੰਦੇ ਫॉर व्हाट वैल्यू ऑफ x। देखो सानू आ डाटा देता, कहता 1 x ते 9 आर इन जीपी है। सो जीपी का मतलब मैं तुहानूं दस्सिया सी कि जीपी दे विच कॉमन रेशियो हुंदी। सो जे मेरे को A1 A2 ते A3 ये जीपी दे विच वा, तो तुहानूं पता जिहड़ी कॉमन रेशियो आ, कॉमन रेशियो जिहड़ी हुंदी आ उहनूं आर नाल लिखदे आ। ते ये निकलदी कई तरीके नाल, या तो तुसीं इस रकम नूं इहनां डिवाइड कर दिओ A2 बाय A1, या तो तुसीं इहनूं इहदे नाल डिवाइड कर दिओ। मतलब लागे लागे वालीआं रकमां नूं तुसीं डिवाइड कर सकदे आ, मतलब तकसीम कर सकदे आ, डिवाइड कर सकदे आ, ओवर च लिख सकदे आ। देखो ये तिन्ने रकमां साडे कोल जीपी दे विच वा। इहदा मतलब जे मैं इन्हां दी कॉमन रेशियो कड्ढां, कॉमन रेशियो ਤਾਂ ਉਹ आर किद्दां आ सकदी है? या तो x बटा 1 आ सकदी है, x ਦੇ ਨੀਚੇ 1 ਲਿਖ ਸਕਦੇ ਹਾਂ, ਜਾਂ ਉਹ 9 ਦੇ ਨੀਚੇ ਆਪਾਂ x ਲਿਖ ਸਕਦੇ ਹਾਂ। ਤਾਂ ਸਾਡੇ ਕੋਲ मतलब दो तरीके आ सकदी, या तो इनू इन्हां तकसीम कर दईए असीं, या इनू इन्हां तकसीम कर दईए। सो मैं दोने तरीके नाल लिख लिया। सो इत्थों साडे कोल एक कंडीशन बन जाती है बराबर दे विच। सो इत्थों असीं x की वैल्यू जिहड़ी कढ सकदे हां। असीं इनू क्रॉस मल्टीप्लाई करांगे, साडे कोल आ जाएगा x स्केयर बराबर, इनू इन्हां करांगे तो 9 एकम 9 आ जाएगा। सो जे तुहानूं याद होवे तां इत्थों x स्केयर 9 आ गया, तो जदों भी कदी इधरले बन्ने स्केयर होवे ये उधरले बन्ने जाके वर्गमूल बन जाता हुंदा। ते वर्गमूल साडे कोल जिहड़ा वा वो प्लस माइनस का हुंदा वा वैसे। सो जे प्लस माइनस का तुसीं करोगे तो इत्थे तुहाडे कोल x की वैल्यू 2 आ जाणगीआं, ते 9 का जिहड़ा वर्गमूल हुंदा वा ये तुहाडे कोल 3 हुंदा वा। क्योंकि असीं इदां याद करदे हां कि जे 1 का स्केयर 1 वा, 2 का स्केयर 2 आ, तां 1 का वर्गमूल भी 1 वा, सॉरी 2 का स्केयर 4 हुंदा वा, 4 का वर्गमूल जिहड़ा वा 2 हुंदा। सो साडे कोल 3 का स्केयर जिहड़ा वो 9 हुंदा वा, ते 9 का वर्गमूल 3 हुंदा वा। सो साडे कोल इत्थे प्लस माइनस 3 जिहड़ा आंसर आ जाएगा। सो x के 2 मुल आ जाएंगे, या 3 या -3, ये साडा आंसर आ जाएगा। सो इत्थे तक साडे कोल जिहड़े वैरी शॉर्ट क्वेश्चन आ वो सारे कंप्लीट हो जाते हैं। सो इस तरीके नाल तुसीं हल्की हल्की एक्सप्लेनेशन दे के, सो जीपी ते तुहानूं वड्डा सवाल भी आ सकता है कि तुसीं इहदी कॉमन रेशियो समझनी आ कि किस तरीके नाल असीं कॉमन रेशियो कढदे। बाकी तुहानूं जदों वड्डा सवाल आएगा उहदे बारे दस दांगे। सो ये साडे वैरी शॉर्ट क्वेश्चन सीगे जिहड़े असीं डिस्कस कीते। इस तरीके नाल तुसीं हल्का हल्का लिख के तुहाडा एक पेज दे विच जिहड़ा वा वैरी शॉर्ट क्वेश्चन जिहड़े आ वो पूरे हो जाणगे। तुसीं बिल्कुल प्रॉपर वधिया पिक्चर्स क्लिक करके अपने टीचर्स नूं सेंड करनियां ताकि वो तुहाडा पेपर चैक करके तुहानूं वापस सेंड कर सके, एंड तुहाडी जिहड़ी लिस्ट बना के वो प्रॉपर बोर्ड कोल भेज सकण ताकि तुसीं किस तरीके दी जिहड़ी वो असैसमेंट कीती है। सो हुण असीं करदे हां सैकंड पार्ट, जिहड़े 2-2 नंबर के 2 क्वेश्चन सानूं आने आ। सो 9th सोल्यूशन। सो मैं गल करूँगा सब तो पहला यू नूं कहंदे आ यूनीवर्सल सैट। सो यूनीवर्सल सैट जिहड़ा वा उस तो वड्डा कोई भी सैट नहीं हुंदा जे सम की गल करिए। देखो ये 6 मैंबर वा, 1 2 3 4 5 6। उस तो बाद जिहड़ा इस सवाल दे विच ए आ ये भी इहदे विच्चों ही होएगा। सो 2 ते 3 इहदे विच हैगा। सो इस तो वड्डा कोई भी सैट नहीं आएगा। सो बी का मतलब 3 4 5। सो ये भी सानूं दिता होया। देखो सानूं उन्होंने 3 चीज़ां पुछियां, 1 2 ते 3। सो जदों ए डैश कड्ढना वा, सो देखो डैश कड्ढण दा तरीका हुंदा, इहनूं वैसे तो कहंदे आ कॉम्पलीमेंट, कॉम्पलीमेंट ऑफ सैट ए। पर मैं तुहानूं डैश कड्ढना सिंपल सिखा दिंदा कि डैश किद्दां निकलदा हुंदा। तुसीं ए डैश कड्ढना वा, ए दे विच 2 आ ते 3 वा, तुसीं देख लेना इहदे विच यू तो जिहड़ा ए डैश आ वो यू दे विचों निकलना वा। तुसीं 2 ते 3 जिहड़ा वा वो कैंसल कर देना, बाकी सारे इहदे विच आ जाणे आ। तुसीं इहदे विच यू वाले सारे एलीमेंट लिख देने, बस आ नहीं लिखने जिहड़े ए दे नाल सांझे आ। सो ए दे विच तुहाडे कोल 2 3 वा ते यू दे विच भी 2 3 आ। सो इस करके ए डैश दे विच किन्ने आ जाणगे? 1 4 5 ते 6। सो ये तुसीं इस तरीके नाल ए डैश जिहड़ा वो ईजीली कढ सकदे।
सो जे मैं तुहानू दूजे नंबर ते बी डैश की गल करा तो सेम यही प्रोसीजर आ 3 4 5 ते 3 4 5 ये तुसीं कट कर देने ते बी डैश दे विच यू वाले सारे एलीमेंट आ जाने जिहड़े इन्हां तिन्नां नूं छड्ड के। सो एक आ जाएगा, एक 2 आ जाएगा ते एक 6 आ जाएगा। सो ये साडे कोल डैश कड्ढण दा तरीका वा। देखो उस तो बाद साडे कोल ए इंटरसैक्शन बी दा डैश आ। सो बट तुहानू याद करवा देवां जिहड़ा ये डैश ਤਾਂ ਸਾਨੂੰ पता लग गया किद्दां कड्ढीदा, पर पहला सानू आ कड्ढना पैना इहदे विच वाला। सो सब तो पहला मैं की कड्ढूंगा ए इंटरसैक्शन बी। सो इहनूं कहंदे आ इंटरसैक्शन। इंटरसैक्शन का मतलब हुंदा कि तुसीं ए ते बी च दोने जिहड़े हैगे आ, देखो ए च ते बी दे विच सांझे किहड़े आ, ए ते बी दे विच कुछ भी साझा नहीं हैगा। इहदे विच 2 3 वा, इहदे विच सॉरी 3 साझा हैगा, 3 नंबर ए च भी हैगा, 3 नंबर बी च भी हैगा। सो इंटरसैक्शन का मतलब हुंदा वा साझा, मतलब जिहड़ा दोनों दे विच कॉमन होवे। इंग्लिश दे विच सांझे नूं कॉमन कहंदे आ ते पंजाबी दे विच सांझे नूं तां सांझा ही कहंदे आ। सो साडे कोल 3 जिहड़ा वा दोनों दे विच हैगा वा। सो ए इंटरसैक्शन बी साडे कोल कल्ला 3 आ जाऊगा। सो ये साडे कोल सिर्फ ते सिर्फ 3 आ गया। बट तुहानूं पता कि असीं की कड्ढना वा, असीं कड्ढना वा पहला सानू आ कड्ढण लई किहा सी, दूजा सानू आह कड्ढण लई किहा सी, थर्ड जिहड़ा असीं कड्ढना वा दैट इज इक्वल टू ए इंटरसैक्शन बी दा डैश कड्ढना वा। सो ए इंटरसैक्शन बी दे विच साडे कोल सिर्फ 3 आ। ਇਹਦਾ मतलब ਅਸੀਂ सिर्फ u ਦੇ ਵਿੱਚੋਂ 3 ਕੱਟ ਕਰ ਦਾਂਗੇ, 3 ਜਿਹੜਾ ਉਹ ਕੈਂਸਲ ਕਰ ਦਾਂਗੇ, ਬਾਕੀ ਸਾਰੇ ਇਹਦੇ ਵਿੱਚ ਲਿਖ ਦਾਂਗੇ। ਸੋ ਸਾਡੇ ਕੋਲ ਆ ਜਾਏਗਾ 1 2 4 5 ਤੇ 6। ਸੋ ਇੱਥੇ ਤੱਕ ਸਾਡੇ ਜਿਹੜੇ 2 ਨੰਬਰ ਸਾਨੂੰ ਪੂਰੇ ਮਿਲ ਜੂਗੇ। ਸੋ ਵੈਰੀ ਈਜ਼ੀ ਕੁਐਸਚਨ। ਸੋ ਡੈਸ਼ ਦਾ ਮਤਲਬ ਆਈ ਥਿੰਕ ਤੁਹਾਨੂੰ ਸਮਝ ਆਇਆ ਹੋਵੇਗਾ। ਹੁਣ ਅਸੀਂ ਕਰਦੇ ਹਾਂ 11ਵਾਂ ਕੁਐਸਚਨ। ਸੋ 11ਵਾਂ ਕੁਐਸਚਨ ਜਿਹੜਾ ਸਾਡੇ ਸੌਰੀ 10th ਕੁਐਸਚਨ ਹੈ, ਇਹ ਵੀ ਸਾਡੇ ਕੋਲ 2 ਮਾਰਕਸ ਦਾ ਕੁਐਸਚਨ ਆ। सो 2 मार्क्स का क्वेश्चन 10th सोल्यूशन की गल करिए AP आ। AP का मतलब तुसीं 10th विच 5th चैप्टर पढ़िया होया वा अंक गणितिक लड़ी। उहदे विच 2 फॉर्मूले हुंदे सीगे, एक हुंदा सी AN प्लस N माइनस 1D। सो ये वाला फॉर्मूला साडा इस सम दे विच लगेगा। वो कहंदे कि एक सीरीज़ चलदी पई है AP जिहड़ी अंक गणितिक लड़ी आ, ਉਹਦੇ ਵਿੱਚ 5 ਆਉਂਦਾ ਵਾ, 8 ਆਉਂਦਾ ਵਾ, 11 ਆਉਂਦਾ ਵਾ, 14 ਆਉਂਦਾ ਤੇ ਇਦਾਂ ਹੀ ਚੱਲੀ ਜਾਂਦਾ, ਕਿਤੇ ਨਾ ਕਿਤੇ ਜਾ ਕੇ 320 ਆਉਂਦਾ ਵਾ। सो मैनू नहीं पता है कितनी रकम आ। सब तो पहला तो मैं पहली रकम कड्ढूंगा, पहली रकम मेरी 5 आ जाएगी। उस तो बाद मैं सांझा अंतर कढ़दा हुंदा सीगा पंजाबी दे विच, सांझा अंतर। बट मैं इत्थे इंग्लिश च लिखूंगा हुण कॉमन डिफरेंस, कॉमन डिफरेंस। सो ये AP आ, ये GP नहीं हैगी। GP दे विच असीं R कड्ढदे हां, इहदे विच असीं D कड्ढदे हां। वो किदां निकलदा हुंदा A2 माइनस A1। सो साडे कोल A2 कितना वा दैट इज इक्वल टू 8 ਤੇ A1 कितना वा 5। सो 8 चों 5 कट्टे गए, साडे को आ जाएगा इत्थे 3 आ जाएगा। सो इसदा मतलब कॉमन डिफरेंस आ गया। हुण असीं लभना कि 320 किनवी रकम आ। इदां इदां चलदे 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 320 किनवे ते आऊगी। सो मैं इत्थे लैट कर लूँगा कि मान लो कि ये nth टर्म आ, मतलब जो n की वैल्यू आ जाऊगी ये 19वीं रकम आ। सो AN का मतलब जे तुहानूं याद होवे, ਇਹਦਾ मतलब हुंदा AN 320 ਤੇ AN ਦਾ ਸਾਡਾ ਆਹ ਵਾਲਾ ਫਾਰਮੂਲਾ ਜਿਹੜਾ ਅਸੀਂ ਇੱਥੇ ਅਪਲਾਈ ਕਰਾਂਗੇ। ਸੋ AN ਦਾ ਫਾਰਮੂਲਾ ਹੁੰਦਾ ਵਾ A प्लस N माइनस 1 D बराबर 320 आ जाएगा। सो A सानू पता वा A कितना साडे को दैट इज इक्वल टू 5। A साडे को 5 वा, 5 जमा N माइनस 1 ते D भी असी फाइंड किया दैट इज इक्वल टू 3 बराबर साडे को 320 आ जाए। उस तो नैक्सट असी सॉल्व करांगे। देखो जिहड़ा 5 वा ये उधरले बने जाके माइनस का हो जाएगा, साडे को इधर आ जाएगा 320 माइनस 5। सो ये हो गया। सो इधर कला की बचा, साडे को आ बचा, साडे को बचा N माइनस 1 ते नाल साडे को 3 बच गया। ये 3 अंदर गुणा हो जाएगा 3N, फिर साडा ये 3 1 ना गुणा हो जाएगा तो ये माइनस 3 आ जाएगा। तो बराबर 320 चो 5 कट्टे गए 315 साडे को इत्थे आ जाएगा। सो 315 इत्थे तक पहुँच गए असीं। उस तो बाद जिहड़ा माइनस का वा उधर जाके प्लस का हो जाएगा, 315 जमा 3 इत्थे आ जाएगा 3N। सो N की वैल्यू साडे को कितनी आ जाएगी 318 ते जिहड़ा आ 3 वा ये इधरले बन्ने नीचे आके 318 बटा 3 हो जाएगा। सो 318 नूं 3 नाल तुसीं तकसीम कर लेना, 3 1 जा 3 जिद्दां भी तुसीं करोगे तुहाडा आ जाएगा। मैं डायरैक्टली लिख दिंदा इत्थे। सो 3 1 जा, सो इत्थे कैंसल करांगे, साडा जिहड़ा वा वो 106 आ जाएगा। सो साडा जिहड़ा आंसर आ जाएगा असीं कहांगे कि जिहड़ा वो कहंदे विच टर्म ऑफ AP केड़ी रकम, विच टर्म का मतलब केड़ी रकम AP दी 320 है। ठीक है जी। सो असीं कहांगे 320, असीं कहांगे
320 is 320 is 160th term in AP। ਸੋ ਇਹ ਸਾਡਾ ਕੰਪਲੀਟ ਜਿਹੜਾ ਉਹ ਸੋਲੂਸ਼ਨ ਹੋ ਜਾਂਦਾ, ਸਾਡੇ 2 ਮਾਰਕਸ ਜਿਹੜੇ ਇੱਥੇ ਤੱਕ ਕੰਪਲੀਟ ਹੋ ਜਾਂਦੇ। ਉਸ ਤੋਂ ਬਾਅਦ ਥਰਡ ਪਾਰਟ ਸਾਡੇ ਕੋਲ, ਤੁਹਾਨੂੰ ਇਹਨੂੰ ਪਾਰਟ C ਵੀ ਬਣਾ ਸਕਦੇ ਆ। ਉਹ ਪਹਿਲਾਂ ਪਾਰਟ A 1-1 ਨੰਬਰਾਂ ਵਾਲੇ, ਪਾਰਟ B 2-2 ਨੰਬਰਾਂ ਵਾਲੇ, ਪਾਰਟ C ਸਾਡੇ ਕੋਲ 4-4 ਮਾਰਕਸ ਵਾਲੇ ਆ। ਸੋ ਸਾਡੇ ਕੋਲ ਪਹਿਲਾ ਕੁਐਸਚਨ ਆ, ਉਹਦੇ ਵਿੱਚ ਔਰ ਪਾਰਟ ਅਸੀਂ ਡਿਸਕਸ ਕਰਾਂਗੇ। ਸੋ ਮੈਂ ਇੱਥੇ ਲਿਆਉਣਾ ਇਹਨੂੰ। ਸੋ 11 ਸੋਲੂਸ਼ਨ ਦੇ ਵਿੱਚ ਸਾਡੇ ਕੋਲ 2 ਪਾਰਟ ਆ, ਤੁਸੀਂ ਕੋਈ ਇੱਕ ਕਰਨਾ, ਪਰ ਮੈਂ ਤੁਹਾਨੂੰ ਦੋਨੇ ਹੀ ਕਰਵਾ ਦੂੰਗਾ। ਸੋ ਪਹਿਲਾ ਸਮ ਸਾਡੇ ਕੋਲ ਪਹਿਲੇ ਚੈਪਟਰ ਦੇ ਵਿੱਚੋਂ ਆ, ਸੈਟ ਚੋਂ, ਤੇ ਆ ਸਾਡੇ ਕੋਲ ਹੈਗਾ ਸੀਕੁਐਂਟ ਐਂਡ ਸੀਰੀਜ਼ ਚੈਪਟਰ ਚੋਂ। ਸੋ ਠੀਕ ਹੈ, ਤੁਸੀਂ ਇਹਨੂੰ ਨੋਟ ਕਰ ਲੈਣਾ। ਸੋ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੂੰਗਾ ਕਿ ਜਦੋਂ ਅਸੀਂ NA ਲਿਖਦੇ ਆ, ਇਹਦਾ ਮਤਲਬ ਹੁੰਦਾ ਵਾ ਕਿ ਨੰਬਰ ਆਫ ਐਲੀਮੈਂਟ ਇਨ A, ਨੰਬਰ ਆਫ ਐਲੀਮੈਂਟ ਇਨ A। ਮਤਲਬ ਮੰਨ ਲਓ ਸਪੋਜ਼ ਕਰੋ A ਆ, A ਦੇ ਵਿੱਚ 1 2 3 ਆ। ਸੋ ਮੇਰਾ ਨੰਬਰ ਆਫ A ਕਿੰਨਾ ਆ ਜਾਏਗਾ, ਮਤਲਬ 1 2 3 ਦਾ ਕਰਕੇ 3 ਨਹੀਂ, ਮਤਲਬ ਕੁਝ ਵੀ ਹੋਵੇ, A C D, ਐਲੀਮੈਂਟ 3 ਵਾ। ਸੋ ਮੇਰਾ ਨੰਬਰ ਆਫ ਐਲੀਮੈਂਟ ਕਿੰਨੇ ਆ ਜਾਣਗੇ, 3 ਆ ਜਾਣਗੇ। ਜੇ 4 ਵਾ ਤੇ 4 ਆ ਜਾਣਗੇ, 5 ਆ ਤੇ 5 ਆ ਜਾਣਗੇ। ਇਹ ਤੁਹਾਨੂੰ ਮਾਈਂਡ ਵਿੱਚ ਹੋਣਾ ਚਾਹੀਦਾ ਜਦੋਂ ਅਸੀਂ ਜਿਹੜਾ 11th ਸੋਲੂਸ਼ਨ ਸਟਾਰਟ ਕਰਾਂਗੇ। ਸੋ 11th ਵਿੱਚ ਸਾਨੂੰ ਕੀ ਕਿਹਾ, ਉਹ ਕਹਿੰਦੇ ਕਿ ਇਨ ਏ ਗਰੁੱਪ ਆਫ 65 ਪੀਪਲ, ਠੀਕ ਹੈ, ਸਾਡੇ ਕੋਲ ਜਿਹੜੇ 65 ਪੀਪਲ ਵਾ, ਹਾਊ ਮੈਨੀ ਲਾਈਕ ਟੈਨਿਸ ਓਨਲੀ ਐਂਡ ਨਾਟ ਕ੍ਰਿਕਟ। ਸੋ ਇਹ ਕਿੱਦਾਂ ਕੱਢਾਂਗੇ ਅਸੀਂ, ਇਹ ਧਿਆਨ ਨਾਲ ਨੋਟ ਕਰਨਾ। ਦੇਖੋ ਅਸੀਂ ਮੰਨ ਲਾਂਗੇ ਇੱਕ ਜਣਾ ਲਾਈਕ ਕ੍ਰਿਕਟ ਕਰਦਾ ਵਾ, ਇੱਕ ਲਾਈਕ ਟੈਨਿਸ ਕਰਦਾ ਵਾ। ਸੋ ਅਸੀਂ ਸਭ ਤੋਂ ਪਹਿਲਾਂ ਲੈਟ ਕਰਾਂਗੇ, ਲੈਟ ਅਸੀਂ ਕਹਾਂਗੇ ਕਿ C be the set of people who like to play कह लो, या who like cricket। C for cricket, C तो ही मैं ले लिया। and T be the set of people who like, ਸਾਡੇ ਕੋਲ ਆ ਜਾਏਗਾ ਇੱਥੇ ਟੈਨਿਸ। ਹੁਣ ਦੇਖੋ ਸਾਨੂੰ ਉਹਨਾਂ ਨੇ ਦੱਸਿਆ ਕਿ 40 ਪੀਪਲ ਜਿਹੜੇ ਆ ਉਹ ਕ੍ਰਿਕਟ ਪਸੰਦ ਕਰਦੇ ਆ। ਇਹਦਾ ਮਤਲਬ ਜਿਹੜਾ C ਸੈੱਟ ਵਾ ਉਹਦੇ ਵਿੱਚ ਕਿੰਨੇ ਐਲੀਮੈਂਟ ਆ ਜਾਣਗੇ, 40 ਆ ਜਾਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 10 ਲਾਈਕ ਬੋਥ ਕ੍ਰਿਕਟ ਐਂਡ ਟੈਨਿਸ। ਸੋ ਜਿਹੜੇ ਬੋਥ ਹੁੰਦੇ ਆ, ਐਂਡ ਹੁੰਦੇ ਆ, ਉਹਦਾ ਸਿੰਬਲ ਸਾਡੇ ਮੈਥ ਦੇ ਵਿੱਚ ਇੰਟਰਸੈਕਸ਼ਨ ਪਾਉਂਦੇ ਆ। ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹ ਨੋਟ ਕਰ ਲਓ, ਇੰਟਰਸੈਕਸ਼ਨ ਪਾਉਂਦੇ ਆ। ਸੋ ਅਸੀਂ ਕਹਿੰਦੇ ਆ ਕਿ NC ਇੰਟਰਸੈਕਸ਼ਨ T ਸਾਡੇ ਕੋਲ ਕਿੰਨਾ ਦਿੱਤਾ ਹੋਇਆ ਵਾ, 10 ਦਿੱਤਾ ਹੋਇਆ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਪੁੱਛਿਆ ਕਿ ਹਾਊ ਮੈਨੀ ਲਾਈਕ ਟੈਨਿਸ। ਸੋ ਇਹਦਾ ਇੱਕ ਫਾਰਮੂਲਾ ਹੁੰਦਾ ਵਾ। ਇਹਦੇ ਵਿੱਚ ਦੇਖੋ 65 ਟੋਟਲ ਪੀਪਲ ਆ। ਜੇ ਸਾਡੇ ਕੋਲ ਸਾਰੇ ਪੀਪਲ 65 ਵਾ, ਸੋ ਇਹਦਾ ਮਤਲਬ ਹੁੰਦਾ ਵਾ N ਜੋ ਵੀ C ਦਿੱਤਾ ਵਾ ਇਹਦੇ ਵਿੱਚ ਯੂਨੀਅਨ ਪਾ ਦਿੰਦੇ ਆ। ਸੋ ਇਹ ਜਿਹੜਾ ਸਿੰਬਲ ਮੈਂ ਤੁਹਾਨੂੰ ਦੱਸ ਦਵਾਂ, U ਦਾ ਮਤਲਬ ਹੁੰਦਾ ਵਾ ਯੂਨੀਅਨ। ਯੂਨੀਅਨ ਦਾ ਮਤਲਬ ਹੁੰਦਾ ਅਸੀਂ ਜਿੰਨੇ ਵੀ ਸਾਰੇ ਲੋਕੀ ਹੈਗੇ ਆ ਉਹ ਸਾਰੇ ਅਸੀਂ ਇਹਦੇ ਵਿੱਚ ਲੈ ਲੈਂਦੇ ਆ। ਸੋ ਸਾਡੇ ਕੋਲ ਜਿਹੜਾ N ਯੂਨੀਅਨ T ਦਿੱਤਾ ਵਾ, ਇਹ 65 ਦਿੱਤਾ ਵਾ। ਜਿਹਨਾਂ ਨੇ ਨਹੀਂ ਪੜ੍ਹਿਆ ਨੋਟ ਕਰਨਾ ਕਿ ਜਿਹੜਾ ਐਂਡ ਹੁੰਦਾ ਵਾ ਦੈਟ ਇਜ਼ ਇੰਟਰਸੈਕਸ਼ਨ, ਐਂਡ U ਦਾ ਮਤਲਬ ਹੁੰਦਾ ਵਾ ਯੂਨੀਅਨ। ਯੂਨੀਅਨ ਦਾ ਮਤਲਬ ਹੁੰਦਾ ਜੇ ਮੰਨ ਲਓ ਸਪੋਜ਼ ਕਰੋ ਤੁਹਾਡੇ ਕੋਲ 1 2 3 A ਸੈੱਟ ਦੇ ਵਿੱਚ ਵਾ ਤੇ B ਦੇ ਵਿੱਚ ਤੁਹਾਡੇ ਕੋਲ 2 3 ਵਾ। ਤੁਹਾਡੇ ਕੋਲ A ਯੂਨੀਅਨ B ਦੇ ਵਿੱਚ ਸਾਰੇ ਐਲੀਮੈਂਟ ਆ ਜਾਣੇ, A ਵਾਲੇ ਵੀ ਆ ਜਾਣੇ ਆ ਤੇ B ਵਾਲੇ ਵੀ ਆ ਜਾਣੇ। B ਵਾਲੇ ਪਹਿਲਾਂ ਹੀ ਹੈਗੇ ਆ। ਜੇ ਮੰਨ ਲਓ ਇੱਥੇ ਇੱਕ ਹੋਰ ਹੁੰਦਾ, ਮੰਨ ਲਓ 3 ਤੇ 5 ਹੁੰਦਾ, ਸੋ ਇੱਥੇ 5 ਵੀ ਵਿੱਚ ਆ ਜਾਣਾ ਸੀ। ਸੋ ਯੂਨੀਅਨ ਦੇ ਵਿੱਚ ਸਾਰੇ ਦੇ ਸਾਰੇ ਐਲੀਮੈਂਟ ਆ ਜਾਂਦੇ। ਬਸ ਅਸੀਂ ਦੁਬਾਰਾ ਨਹੀਂ ਲਿਖਦੇ ਕਿਉਂਕਿ ਸਾਨੂੰ ਪਤਾ ਵਾ ਸੈੱਟ ਦੇ ਵਿੱਚ ਅਸੀਂ ਦੁਬਾਰਾ ਐਲੀਮੈਂਟ ਨਹੀਂ ਲਿਖਦੇ। ਹੁਣ ਸਾਡੇ ਕੋਲ ਟੋਟਲ 65 ਪੀਪਲ ਸੀਗੇ। 65 ਦੇ ਵਿੱਚੋਂ ਕੁਝ ਬੰਦੇ ਜਿਹੜੇ ਆ ਉਹ ਕ੍ਰਿਕਟ ਪਸੰਦ ਕਰਦੇ ਆ, ਟੈਨਿਸ ਪਸੰਦ ਕਰਦੇ ਆ, ਕੁਝ ਕ੍ਰਿਕਟ ਪਸੰਦ ਕਰਦੇ ਆ, ਕੁਝ ਸ਼ਾਇਦ ਕੁਝ ਵੀ ਨਾ ਕਰਦੇ ਹੋਣਗੇ। ਸੋ ਇਦਾਂ ਵਾਲੀ ਸੈਂਸ ਹੁੰਦੀ ਹੈ, ਬਟ ਮੈਂ ਜ਼ਿਆਦਾ ਡੀਪ ਨਹੀਂ ਜਾਊਂਗਾ। ਸਿੰਪਲ ਤੁਸੀਂ ਦੇਖਣਾ ਕਿ ਸਾਡੇ ਕੋਲ ਕ੍ਰਿਕਟ ਪਸੰਦ ਵਾਲੇ ਉਹਨਾਂ ਨੇ 40 ਕਹੇ ਸੀਗੇ, ਜਿਹੜੇ ਦੋਨੇ ਪਸੰਦ ਕਰਦੇ ਉਹ 10 ਵਾ, ਤੇ ਸਾਰੇ ਦੇ ਸਾਰੇ ਪੀਪਲ ਜਿਹੜੇ ਉਹ 65 ਵਾ। ਫਿਰ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਵਾ, ਵੀ ਨੋ ਦੈਟ, ਅਸੀਂ ਕਹਾਂਗੇ C ਯੂਨੀਅਨ T ਦਾ ਇੱਕ ਫਾਰਮੂਲਾ ਹੁੰਦਾ ਵਾ, ਉਹ ਹੁੰਦਾ ਵਾ NC ਪਲੱਸ NT। ਮਤਲਬ ਨੰਬਰ ਆਫ ਸਟੂਡੈਂਟ ਕ੍ਰਿਕਟ ਖੇਡਦੇ ਆ, ਜਿਹੜੇ ਨੰਬਰ ਆਫ ਟੈਨਿਸ ਖੇਡਦੇ ਆ, ਤੇ ਮਾਈਨਸ ਅਸੀਂ ਕਰ ਦੇਣਾ C ਇੰਟਰਸੈਕਸ਼ਨ T। ਸੋ C ਇੰਟਰਸੈਕਸ਼ਨ T ਜਿਹੜਾ ਅਸੀਂ ਮਾਈਨਸ ਕਰਾਂਗੇ, ਦੇਖੋ ਸਾਡੇ ਕੋਲ ਸਾਰੀਆਂ ਵੈਲਿਊਜ਼ ਹੈਗੀਆਂ। ਆ ਸਾਡੇ ਕੋਲ 65 ਵਾ, ਅਸੀਂ 65 ਭਰ ਦਾਂਗੇ। ਉਸ ਤੋਂ ਬਾਅਦ ਇਕੁਅਲ ਟੂ ਸਾਡੇ ਕੋਲ C ਕਿੰਨਾ ਦਿੱਤਾ ਹੋਇਆ ਸਾਨੂੰ 40। ਸੋ ਇੱਥੇ ਅਸੀਂ 40 ਭਰ ਦਾਂਗੇ। ਆ ਸਾਨੂੰ ਨਹੀਂ ਦਿੱਤਾ ਹੋਇਆ, ਅਸੀਂ NT ਨੂੰ NT ਹੀ ਰਹਿਣ ਦਾਂਗੇ। ਜਿਹੜਾ C ਇੰਟਰਸੈਕਸ਼ਨ T ਆ ਉਹ ਸਾਨੂੰ 10 ਦਿੱਤਾ ਹੋਇਆ। ਸੋ ਅਸੀਂ ਇੱਥੇ 10 ਭਰ ਕੇ ਆਪਣੀ ਜਿਹੜੀ ਕੈਲਕੂਲੇਸ਼ਨ ਆ ਉਹ ਮੁਕੰਮਲ ਕੰਪਲੀਟ ਕਰ ਲਾਂਗੇ। ਸਾਡੇ ਕੋਲ ਆ ਜਾਏਗਾ 65
ਤੇ ਇੱਥੇ ਸਾਡੇ ਕੋਲ ਆ ਜਾਏਗਾ 40 ਦੇ ਵਿੱਚੋਂ 10 ਕੱਟੇ ਗਏ ਜਦੋਂ ਸਾਡੇ ਕੋਲ 30 ਆ ਜਾਏਗਾ। ਸੋ 30 ਪਲੱਸ NT ਆ ਜਾਏਗਾ। ਉਸ ਤੋਂ ਬਾਅਦ ਦੇਖੋ ਇਹ ਉਧਰਲੇ ਬੰਨੇ ਚੱਲ ਜਾਏਗਾ 65 ਮਾਈਨਸ 30 ਆ ਜਾਏਗਾ ਤੁਹਾਡੇ ਕੋਲ NT। ਸੋ ਜਦੋਂ ਤੁਹਾਡੇ ਕੋਲ ਇੰਨਾ ਆ ਗਿਆ ਤੁਹਾਡੇ ਕੋਲ NT ਦੀ ਵੈਲਿਊ ਕਿੰਨੀ ਆ ਜਾਏਗੀ 65 ਚੋਂ 30 ਕੱਟੇਗਾ ਤੁਹਾਡੇ ਕੋਲ 35 ਆ ਜਾਣਗੇ। ਸੋ ਸਾਡੇ ਕੋਲ ਉਹਨਾਂ ਨੇ ਪੁੱਛਿਆ ਹੋਇਆ ਦੇਖੋ ਕਹਿੰਦੇ ਕਿ ਹਾਊ ਮੈਨੀ ਲਾਈਕ ਟੈਨਿਸ, ਹਾਊ ਮੈਨੀ ਮਤਲਬ ਕਿੰਨੇ ਲਾਈਕ ਟੈਨਿਸ, ਕਿੰਨੇ ਜਾਣੇ ਟੈਨਿਸ ਪਸੰਦ ਕਰਦੇ ਆ। ਸੋ ਅਸੀਂ ਕਹਾਂਗੇ ਨੰਬਰ ਆਫ ਪੀਪਲ ਲਾਈਕ ਟੈਨਿਸ ਜਿਹੜਾ ਵਾ ਉਹ ਕਿੰਨੇ ਆ, ਦੈਟ ਇਜ਼ ਇਕੁਅਲ ਟੂ 35 ਪੀਪਲ ਜਿਹੜੇ ਆ ਉਹ ਸਾਡੇ ਟੈਨਿਸ ਪਸੰਦ ਕਰਦੇ ਆ ਖੇਡਣਾ। ਉਸ ਤੋਂ ਬਾਅਦ ਧਿਆਨ ਰੱਖਣਾ ਉਹਨੇ ਕਿਹਾ ਕਿ ਹਾਊ ਮੈਨੀ, ਬੜਾ ਵਧੀਆ ਕੁਐਸਚਨ ਆ ਇਹ, 2 ਨੰਬਰ ਤੁਹਾਨੂੰ ਇੱਥੇ ਤੱਕ ਮਿਲ ਜਾਣੇ। ਕਹਿੰਦਾ ਹਾਊ ਮੈਨੀ ਲਾਈਕ ਟੈਨਿਸ ਓਨਲੀ, ਜਿੱਥੇ ਓਨਲੀ ਵਰਡ ਹੋਵੇ ਨਾਟ ਕ੍ਰਿਕਟ। ਇਹਦਾ ਮਤਲਬ ਦੇਖੋ ਕੁਝ ਬੰਦੇ ਸਾਡੇ ਕੋਲ 10 ਇਦਾਂ ਦੇ ਵੀ ਆ ਜਿਹੜੇ ਦੋਨੇ ਪਸੰਦ ਕਰਦੇ ਆ, ਕ੍ਰਿਕਟ ਵੀ ਪਸੰਦ ਖੇਡਦੇ ਆ ਟੈਨਿਸ ਵੀ ਪਸੰਦ ਕਰਦੇ, ਬਟ ਅਸੀਂ ਕਹਿੰਦੇ ਕੱਲਾ ਕ੍ਰਿਕਟ ਕਿਹੜੇ ਪਸੰਦ ਕਰਦੇ ਆ। ਸੋ ਜਦੋਂ ਕੱਲਾ ਕ੍ਰਿਕਟ ਪਸੰਦ ਕਰਨਾ ਨਾ ਦੇਖੋ ਉਹ ਕਹਿੰਦਾ ਨੰਬਰ ਆਫ ਸਟੂਡੈਂਟਸ ਨਹੀਂ ਸੌਰੀ ਪੀਪਲ ਲਾਈਕ ਟੈਨਿਸ ਓਨਲੀ, ਟੈਨਿਸ ਓਨਲੀ ਨਾਟ ਕ੍ਰਿਕਟ। ਸੋ ਇਹਦਾ ਧਿਆਨ ਰੱਖਣਾ। ਸੋ ਇਹਦਾ ਮਤਲਬ ਹੁੰਦਾ ਵਾ ਕਿ ਜਿੰਨੇ ਤੁਹਾਡੇ ਕੋਲ ਟੈਨਿਸ ਵਾਲੇ ਆਏ ਆ ਨਾ, ਟੈਨਿਸ ਵਾਲੇ ਉਹਨਾਂ ਦੇ ਵਿੱਚੋਂ ਤੁਸੀਂ ਕਾਮਨ ਕੱਢ ਦਿਓ, ਮਤਲਬ C ਇੰਟਰਸੈਕਸ਼ਨ T। ਦੇਖੋ ਇਹ ਤਾਂ ਦੋਨੇ ਪਸੰਦ ਕਰਦੇ ਸੀਗੇ, ਆਹ ਸਾਰੇ ਜਿਹੜੇ ਟੈਨਿਸ ਪਸੰਦ ਕਰਦੇ ਆ, ਤੁਸੀਂ ਦੋਨਾਂ ਵਾਲੇ ਜਿਹੜੇ ਦੋਨੇ ਟੈਨਿਸ ਵੀ ਪਸੰਦ ਕਰਦੇ ਆ ਕ੍ਰਿਕਟ ਵੀ ਪਸੰਦ ਕਰਦੇ ਆ ਉਹ ਇਹਦੇ ਵਿੱਚੋਂ ਕੱਟ ਕਰਦੇ ਹੋ ਕਿ ਸਾਰੇ ਦੇ ਸਾਰੇ ਸਾਡੇ ਕੋਲ 35 ਸੀਗੇ। ਇਹ ਸਾਡਾ ਫਾਰਮੂਲਾ ਹੁੰਦਾ ਵਾ ਜਦੋਂ ਅਸੀਂ, ਜੇ ਮੰਨ ਲਓ ਇੱਥੇ ਕ੍ਰਿਕਟ ਹੁੰਦਾ ਫਿਰ ਕ੍ਰਿਕਟ ਵਾਲੇ ਦੇ ਵਿੱਚੋਂ ਅਸੀਂ ਇੰਟਰਸੈਕਸ਼ਨ ਘਟਾ ਦੇਣੀ ਸੀ, ਮਤਲਬ ਜਿਹੜਾ ਕਾਮਨ ਵਾਲਾ ਤਾਂ ਸਾਂਝਾ ਹੀ ਆਉਣਾ ਵਾ। ਬਟ ਇੱਥੇ ਸਾਡੇ ਕੋਲ ਕਿੰਨਾ ਆ ਜਾਏਗਾ 35, 35 ਦੇ ਵਿੱਚੋਂ ਅਸੀਂ ਇੰਟਰਸੈਕਸ਼ਨ ਵਾਲੇ ਕਿੰਨੇ ਸੀਗੇ 10। ਸੋ ਇਹਦਾ ਮਤਲਬ ਸਾਡੇ ਜਿਹੜੇ ਕੱਲਾ ਟੈਨਿਸ ਪਸੰਦ ਕਰਦੇ ਆ ਉਹ 25 ਜਾਣੇ ਆ। ਉਦਾਂ ਟੋਟਲ ਟੈਨਿਸ ਖੇਡਣ ਵਾਲੇ 35 ਜਾਣੇ ਆ, ਬਟ ਉਹਦੇ ਵਿੱਚੋਂ ਜਿਹੜੇ ਕ੍ਰਿਕਟ ਐਂਡ ਟੈਨਿਸ ਦੋਨੇ ਖੇਡਦੇ ਉਹ ਵੀ ਗਿਣੇ ਹੋਏ ਆ ਇਹਦੇ ਵਿੱਚ। ਇਸ ਕਰਕੇ ਅਸੀਂ ਉਹਦੇ ਵਿੱਚੋਂ ਮਾਈਨਸ ਕਰਕੇ ਲੱਭ ਲਿਆ ਕਿ 25 ਪੀਪਲ ਜਿਹੜੇ ਆ ਉਹ ਸਾਡੇ ਕੋਲ ਓਨਲੀ ਟੈਨਿਸ ਪਸੰਦ ਕਰਦੇ ਆ, ਕ੍ਰਿਕਟ ਜਿਹੜੀ ਉਹ ਪਸੰਦ ਨਹੀਂ ਕਰਦੇ। ਸੋ ਉਸ ਤੋਂ ਬਾਅਦ ਜਿਹੜਾ ਸਾਡਾ ਇਹਦਾ ਜਿਹੜਾ ਸੈਕੰਡ ਪਾਰਟ, ਸੋ ਜਿਹੜਾ ਔਰ ਪਾਰਟ ਦੇ ਬਾਰੇ ਗੱਲ ਕਰੂੰਗਾ ਮੈਂ। ਸੋ ਔਰ ਪਾਰਟ ਕਿੱਦਾਂ ਅਸੀਂ ਕੱਢਾਂਗੇ ਇਹਦਾ। ਸੋ ਔਰ ਪਾਰਟ 11th ਦਾ 11th ਸੋਲੂਸ਼ਨ ਔਰ ਪਾਰਟ ਕਰਨਾ ਤੁਸੀਂ ਇੱਕ ਹੀ ਹੈ ਪੇਪਰ ਦੇ ਵਿੱਚ। ਦੇਖੋ ਯਾਦ ਰੱਖਣਾ ਸਮ ਆਫ ਦਾ ਫਸਟ 3 ਟਰਮਸ ਆਫ GP ਸਾਨੂੰ ਦਿੱਤਾ ਹੋਇਆ, देयर प्रोडक्ट ਦਿੱਤਾ ਹੋਇਆ, ਫਾਈਂਡ ਦਾ ਕਾਮਨ ਰੇਸ਼ੀਓ ਤੇ ਟਰਮਸ। ਸੋ ਜਿਹੜੀ GP ਹੁੰਦੀ ਆ ਜਨਰਲ ਤੌਰ ਤੇ ਕਿਹੜੀ ਹੁੰਦੀ ਆ ਤੁਸੀਂ ਦੇਖ ਲਓ, ਉਹਦੇ ਵਿੱਚ ਪਹਿਲੀ ਰਕਮ ਹੁੰਦੀ ਆ A1 A2 A3 A4, ਇਸ ਤਰੀਕੇ ਨਾਲ ਟਰਮਾਂ ਚੱਲਦੀਆਂ। ਅਸੀਂ ਜ਼ਿਆਦਾਤਰ ਇਹਦੇ ਵਿੱਚ ਜਿਹੜਾ ਫਾਰਮੂਲਾ ਜਿੱਦਾਂ ਅਸੀਂ AP ਦੇ ਵਿੱਚ ਫਾਰਮੂਲਾ ਲਿਖਦੇ ਆ ਨਾ, AP ਇਜ਼ ਇਕੁਅਲ ਟੂ A ਪਲੱਸ N-1D, ਇਦਾਂ ਹੀ ਅਸੀਂ GP 'ਚ ਵੀ ਲਿਖਦੇ ਹਾਂ। ਸੋ GP 'ਚ ਸਾਡੇ ਕੋਲ ਹੁੰਦਾ ਵਾ AN ਦਾ ਫਾਰਮੂਲਾ ਯਾਦ ਰੱਖਣਾ A R ਦੀ ਪਾਵਰ N-1 ਲਗਾਵਾਂਗੇ ਅਸੀਂ ਇੱਥੇ, ਧਿਆਨ ਰੱਖਣਾ। ਦੇਖੋ ਇਹ ਵੈਰੀ ਵੈਰੀ ਇੰਪੋਰਟੈਂਟ ਸਮ ਆ, ਬਹੁਤ ਜ਼ਿਆਦਾ ਚਾਂਸਿਸ ਇਦਾਂ ਦਾ ਸਮ ਪੇਪਰ 'ਚ ਆਉਣ ਦੇ। ਸੋ ਜਦੋਂ ਸਾਨੂੰ ਪ੍ਰੋਡਕਟ ਦਿੱਤਾ ਹੋਵੇ ਨਾ, ਅਸੀਂ ਦੇਖੋ ਕੀ ਕਰਦੇ ਹਾਂ, ਅਸੀਂ ਇਦਾਂ AP GP ਜਿਹੜੀ ਆ ਉਹ ਇਸ ਤਰੀਕੇ ਨਾਲ ਚੱਲਦੀ ਹੈ। ਉਹਦੇ ਵਿੱਚ ਕਾਮਨ ਰੇਸ਼ੀਓ ਹੁੰਦੀ ਹੈ, ਯਾਦ ਰੱਖਣਾ ਉਹਦੇ ਵਿੱਚ ਕਾਮਨ ਰੇਸ਼ੀਓ ਹੁੰਦੀ ਆ, ਡਿਫਰੈਂਸ ਦੀ ਜਗ੍ਹਾ R ਕਹਿੰਦੇ ਉਹਨੂੰ, ਤੇ ਉਹਨੂੰ ਅਸੀਂ ਫਾਈਂਡ ਕਿੱਦਾਂ ਕਰਦੇ ਹਾਂ A2/A1। ਸੋ ਇਹ ਤੁਸੀਂ ਨੋਟ ਰੱਖਣਾ। ਹੁਣ ਅਸੀਂ ਰਕਮਾਂ ਇਦਾਂ ਲੈਂਦੇ ਆ A, ਫਿਰ ਆਉਂਦੀ ਆ AR, ਫਿਰ ਆਉਂਦੀ ਆ AR ਸਕੁਅਰ, ਫਿਰ ਇਧਰਲੇ ਬੰਨੇ ਇਸ ਤਰੀਕੇ ਨਾਲ ਚੱਲਦੇ A/R A/R ਸਕੁਅਰ, ਇਦਾਂ ਹੀ ਚੱਲੀ ਜਾਂਦਾ ਵਾ ਜਿੰਨਾ ਚਿਰ ਵੀ ਤੁਸੀਂ ਚਲਾ ਲਓ। ਇੱਥੇ ਆ ਜਾਏਗਾ AR ਕਿਊਬ। ਸੋ ਇਸ ਤਰੀਕੇ ਨਾਲ ਸੀਰੀਜ਼ ਚੱਲੀ ਜਾਂਦੀ ਹੈ ਜੀ। ਸੋ ਮੈਂ ਇੱਥੇ ਜਿਹੜੀਆਂ 3 ਰਕਮਾਂ ਦੀ ਜਦੋਂ ਗੱਲ ਹੋਇਆ ਕਰੂਗੀ ਮੈਂ ਇਦਾਂ ਲਿਆ ਕਰੂੰਗਾ। ਸੋ ਮੈਂ ਕਹੂੰਗਾ ਲੈਟ ਫਸਟ 3 ਟਰਮਸ ਆਫ GPR ਕਿਹੜੀਆਂ ਲਾਉਂਗਾ ਮੈਂ, A ਲਾਉਂਗਾ, AR ਲਾਉਂਗਾ ਐਂਡ A/R ਲਾਉਂਗਾ। ਠੀਕ ਹੈ ਜੀ। ਸੋ ਇਹ 3 ਰਕਮਾਂ ਹੋ ਗਈਆਂ। ਸਾਨੂੰ ਉਹਨਾਂ ਨੇ ਇਹਨਾਂ ਦੀ ਮਲਟੀਪਲਾਈ ਜਿਹੜੀ ਆ ਉਹ -1 ਦਿੱਤੀ ਹੈ। ਕੰਡੀਸ਼ਨ ਪਹਿਲਾਂ ਮੈਂ ਪ੍ਰੋਡਕਟ ਵਾਲੀ ਕੰਡੀਸ਼ਨ ਲਗਾਉਂਗਾ, ਜਦੋਂ GP ਹੁੰਦੀ ਹੈ ਉਹਦੇ ਵਿੱਚ ਪ੍ਰੋਡਕਟ ਵਾਲੀ ਕੰਡੀਸ਼ਨ ਲਾਈ ਦੀ ਹੈ, ਜੇ AP ਹੋਵੇ ਉਹ 'ਚ ਸਮ ਵਾਲੀ ਕੰਡੀਸ਼ਨ ਲਾਈ ਦੀ ਹੈ। ਸੋ ਮੈਂ ਇਹਨਾਂ ਤਿੰਨਾਂ ਦੀ ਮਲਟੀਪਲਾਈ ਕਰੂੰਗਾ। ਸੋ ਇਹਨਾਂ ਤਿੰਨਾਂ ਦੀ ਮਲਟੀਪਲਾਈ, ਪ੍ਰੋਡਕਟ ਦਾ ਮਤਲਬ ਹੁੰਦਾ ਵਾ ਮਲਟੀਪਲਾਈ। ਸੋ ਜਦੋਂ ਮੈਂ ਇਹਨਾਂ ਦਾ ਮਲਟੀਪਲਾਈ ਕੀਤਾ ਮੇਰਾ ਆਨਸਰ -1 ਆਏਗਾ।
सो देखो आर ना आर जो कैंसल हो गया, मेरे को आ गया ए 3 बारी आ गया। सो इतने आ जाएगा ए का क्यूब। सो ए का क्यूब आ तो -1, जे ए का क्यूब -1 आ तो -1 जोड़ा वा वो इदा भी लिख सकते -1 मल्टीप्लाई -1 मल्टीप्लाई, क्योंकि 3 बारी माइनस करा तो भी साडा -1 ही आएगा। सो इस करके इतने मैं सिंपली लिख सकता जे ए क्यूब -1 के बराबर वा, तो मैं इतने -1 का क्यूब भी लिख सकता वा। सो देखो -1 इंटू -1 इंटू -1, माइनस नू माइनस ना मल्टीप्लाई किया +1 आ जाएगा। 1 इंटू 1 तो 1 ही होंगे, फिर इनू इन्ना मल्टीप्लाई किया साडा अल्टीमेटली आंसर -1 ही होना। सो इस करके कहते होंगे कि -1 कैन बी रिटन एज -1 का क्यूब। सो इतों क्यूब ना क्यूब कैंसल हो जाएगा, तो साडे को अल्टीमेटली आंसर असी शो नहीं करना, असी लिख देंगे ए की वैल्यू -1 है। सो साडे को जिहड़ियां टर्म्स वा वो किहड़ियां-किहड़ियां आ गई, देखो आ साडीयां टर्म्स सीगीआं। सो मैं कॉमन रेशियो आर कढ़नी है। देखो मेरे को आ -1/r आ गई, ए मेरे को -1 आ गई, ए की वैल्यू फिल करी है ना, ए -1 सो -1 आर, तो इनू मैं -1 की जगह -r ही लिखूंगा। उस तो बाद देखो ध्यान नाल, तुहानू उन्होंने दिता होया वा स्टेटमेंट दे विच, जे तुसीं देखोगे कहंदा सम ऑफ द टर्म्स इज 13/12। सो इन्हां दा जिहड़ा सम वा सानू वो कितना दिता होया, कंडीशन सैकंड च सानू जिहड़ा सम वा वो सानू 13/12 दिता होया। सो मैं इन्हां दा सम करूंगा -1/r, इन्हां तिन्नां दा जिहड़ा सम वा साडे कोल +-1 फिर +-r, इन्हां दा सम जिहड़ा साडे कोल 13/12 आ। सो उस तो बाद देखो मैं जिन्होंने थोड़ा जिहा सॉर्ट आउट करा तो 1/r -1 -r मेरे को आ जाएगा, दैट इज इक्वल टू 13/12। जे मैं इन्हां दा एलसीएम लवां तो मैं देखो r वालियां टर्मां एक बने रख लूँगा, इनू मैं राइट साइड पर शिफ्ट करके मेरे को आ जाएगा 13/12 +1 आ जाएगा। जो इन्ना आ गया मैं इहदा एलसीएम ले लूँगा। सो इहदा एलसीएम लैन का तरीका होंदा नीचे 1 लगा लो, सो इनू इन्ना क्रॉस कर दो, इनू इन्ना क्रॉस कर दो, साडे को आ जाएगा -1 ते -r² ओवर r इंटू 1 की मल्टीप्लाई कर दिओ, साडे को r आ जाएगा। सो इनू इन्ना मल्टीप्लाई करता, r नू r ना किया r², फिर नीचे दोनों मल्टीप्लाई करता, साडे को इस तरीके जिहड़ा ये प्रोसैस कंप्लीट हो जाता। आ तुसीं 1 जिहड़ा माइंड च भी रख सकते। सेम इदां इत्थे इनू इन्ना करता 13 आ गया, इनू इन्ना करता 1 आ गया, 12 आ जाएगा, +12 ओवर साडे को 12 इंटू 1 जिहड़ा वा 12 आ जाएगा। सो सिंपली साडे को ये स्टैप जिहड़ा इस तरीके नाल हो जाएगा। सो उस तो नैक्सट जो असीं करांगे, साडे को क्रॉस मल्टीप्लाई होएगी, आ 12 जिहड़ा वा, या पहला एक स्टैप कर लीए 13 ते 12 25/12 आ जाएगा, साडे को इत्थे आ जाएगा -r/r²। हुण अगेन साडे को जे इक्वल टू आ गए, इदां न्यूमरेटर डिनोमिनेटर आ गया, असीं क्रॉस मल्टीप्लाई कर सकते हैं। सो -1 -r² नूं असीं ब्रैकेट च पा के 12 नाल मल्टीप्लाई, इधरले बन्ने 25 नूं असीं r नाल मल्टीप्लाई करते, सो 25r आ जाएगा। सो क्रॉस अंदर मल्टीप्लाई करूँगा, दैट इज इक्वल टू -12, सो -12r² आ जाएगा मेरे को 25r। सो इनू मैं राइट साइड पर शिफ्ट करूँगा, ये मेरे को +12r² आ जाएगा, इनू भी राइट साइड पर शिफ्ट करूँगा। सो पहला आ तो इदां ही आ जाएगा, इतने +25r। सो इनू राइट साइड पर शिफ्ट किया, ये भी +12 हो जाएगा। उस तो बाद मैं ओपोजिट वे दे नाल इस इक्वेशन लिख के मेरे को जिहड़ा वा प्रॉपर जिहड़ा वा वो एक क्वाड्रेटिक इक्वेशन जिहड़ी है वो बन जाएगी। इक्वल टू पै गया, गलती ना इत्थे प्लस पैना सी। सो उस तो बाद असीं क्वाड्रेटिक फॉर्मूला लाउने, सानू पता कि ax² + bx + c = 0। सो मैं ज़्यादातर यही लगवा देना ताकि इहदे विच कोई ज़्यादा समझाउण की लोड़ नहीं पैंदी। सो इहदे विच क्वाड्रेटिक इक्वेशन जस्ट सॉल्व करो, -b + -b² - 4ac दा √/2। सो ईजी फार्मूला, दो घाती समीकरण जिन्होंने 10वीं पढ़िया हो। सो साडे को ए इत्थे 12 आ गया वा, बी साडे को 25 आ चुका वा, ते सी साडे को 12। सो जदों असीं इत्थे फार्मूला लगावांगे, साडे को जिहड़ा आर वा, देखो इत्थे एक्स की वैल्यू निकलनी है, साडे को आर दे विच असीं आर आ जाएंगे। साडे को पहला आएगा -b + -b - 4ac/2a आ जाए। वैल्यूज पुट करांगे, -b मतलब -25 + -b का स्केयर 25 का स्केयर -4, ए कितना वा 12 तो सी कितना वा अगेन 12। सो दोने 12 ही आ ईजिली साडे को। सो असीं इन्हां नूं मल्टीप्लाई करना पेगा इत्थे बड़ी जबरदस्त तरीके दे नाल। सो 2 × 12, देखो नीचे तो बड़ा ईजी है, नीचे साडे को आ गया 24।
ਇੱਥੇ 25 ਵੀ ਐਜ਼ ਇਟ ਇਜ਼ ਰਹਿ ਗਿਆ ਪਲੱਸ ਮਾਈਨਸ 25 ਦਾ ਸਕੁਅਰ ਸਾਨੂੰ ਪਤਾ ਵਾ 625 ਹੁੰਦਾ ਵਾ। ਉਸ ਤੋਂ ਬਾਅਦ ਇੱਥੇ ਮਾਈਨਸ ਹੋਣਾ 12 ਨੂੰ 12 ਨਾਲ ਗੁਣਾ ਕੀਤਾ 144 ਆ ਜਾਏਗਾ, 12 ਨੂੰ 12 ਨਾਲ ਕੀਤਾ 144, ਦੈਨ 4 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਇੱਕ ਟਰਮ ਆਏਗੀ 4 4 ਜਾਂ 16 7 1 4 5 576। ਸੋ ਇੰਨੀ ਸਾਡੇ ਕੋਲ ਟਰਮ ਇੱਥੇ ਅੰਡਰ ਰੂਟ ਦੇ ਵਿੱਚ ਆ ਜਾਏਗੀ। ਅੱਗੇ ਫਰਦਰ ਕੈਲਕੂਲੇਟ ਕਰਾਂਗੇ ਅੰਡਰ ਰੂਟ ਦੇ ਵਿੱਚ ਜਿਹੜਾ ਸਕੁਅਰ ਰੂਟ ਦੇ ਵਿੱਚ ਆ ਸਾਡੇ ਕੋਲ ਜਾਂ ਵਰਗਮੂਲ ਦੇ ਵਿੱਚ ਵਾ, ਉਹਦੇ ਵਿੱਚੋਂ ਸਾਡੇ ਕੋਲ ਜਦੋਂ 625 ਜੋ ਇਹ ਕੱਟਾਂਗੇ ਸਾਡੇ ਕੋਲ 49 ਆ ਜਾਏਗਾ, 49 ਦਾ ਅੰਡਰ ਰੂਟ 24। ਸੋ 40 ਸੋ 25 ਪਲੱਸ ਮਾਈਨਸ 49 ਦਾ ਜਿਹੜਾ ਅੰਡਰ ਰੂਟ ਹੁੰਦਾ ਵਾ ਦੈਟ ਇਜ਼ ਇਕੁਅਲ ਟੂ 7 ਮਲਟੀਪਲਾਈ 7। ਜੇ ਹੀਰੋ ਫਾਰਮੂਲਾ ਯਾਦ ਹੋਵੇ 9th ਕਲਾਸ ਦਾ, ਸੋ ਸਾਡੇ ਕੋਲ 7 ਆਂਸਰ ਆਏਗਾ। ਸੋ 7 ਆਂਸਰ ਆ ਗਿਆ ਓਵਰ 24 ਆ ਜਾਏਗਾ। ਸੋ ਸਾਡੇ ਕੋਲ ਆਰ ਦੀਆਂ ਦੋ ਵੈਲਿਊਜ਼ ਆ ਰਹੀਆਂ ਇੱਥੇ। ਸੋ ਆਰ ਸਾਡੇ ਕੋਲ ਆ ਜਾਏਗਾ -25 ਪਲੱਸ 7/24, ਇੱਕ ਆ ਜਾਏਗਾ -25 ਮਾਈਨਸ 7/24। ਕੈਲਕੂਲੇਟ ਕਰਾਂਗੇ, ਦੇਖੋ ਆ ਪਲੱਸ ਦਾ ਵਾ, ਆ ਮਾਈਨਸ ਦਾ, ਪਲੱਸ ਦਾ ਘਟਾਏ ਜਾਣਗੇ। ਸੋ 27 ਚੋਂ 7 ਗਿਆ ਸਾਡੇ ਕੋਲ ਆ ਜਾਏਗਾ -18/24। 6 ਤੇ ਕੱਟਿਆ ਜਾਊਗਾ 6 3 18, 6 3 ਜਾਂ 18, 6 4 ਜਾਂ 24। ਸਾਡੇ ਕੋਲ ਆਰ ਦੀ ਵੈਲਿਊ ਜਿਹੜੀ ਆ ਜਾਏਗੀ -3/4। ਉਸ ਤੋਂ ਬਾਅਦ ਇਧਰੋਂ ਕੈਲਕੂਲੇਟ ਕਰਾਂਗੇ, ਦੋਨੇ ਮਾਈਨਸ ਦੇ ਐਡ ਹੋ ਜਾਣਗੇ 25 ਤੇ 7 ਐਡ ਹੋ ਕੇ 20 ਸਾਡੇ ਕੋਲ ਬਣ ਜਾਣਗੇ 32, ਬਟ ਨਾਲ ਕੀ ਆਏਗਾ -24। ਸੋ ਕੈਂਸਲੇਸ਼ਨ ਕਰਾਂਗੇ 8 3 ਜਾਂ 24, 8 4 ਜਾਂ 32, ਸੋ ਸਾਡੇ ਕੋਲ ਆ ਜਾਏਗਾ -4/3। ਸੋ ਦੋ ਆਂਸਰ ਵਾ। ਦੇਖੋ ਸਾਡੇ ਜਿਹੜੇ ਨੰਬਰਸ ਆਏ ਸੀ ਅਲਟੀਮੇਟਲੀ, ਪਹਿਲਾਂ ਅਸੀਂ a ਦੀ ਵੈਲਿਊ ਕੱਢ ਕੇ ਸਾਡੀਆਂ ਜਿਹੜੀਆਂ ਟਰਮਸ ਆ ਗਈਆਂ ਸੀ ਉਹ ਆਹ ਵਾਲੀਆਂ ਆ ਗਈਆਂ ਸੀ। ਸੋ ਅਸੀਂ ਇਹ ਟਰਮਸ ਹੀ ਕੱਢਣੀਆਂ ਨੇ। ਸੋ ਮੈਂ ਇਹ ਟਰਮਸ ਨੂੰ ਤੁਸੀਂ ਨੋਟ ਕਰ ਲਓ ਕਿ ਇਹ ਟਰਮਸ ਜਿਹੜੀਆਂ -1/r, ਸੋ ਮੈਂ ਨੀਚੇ ਲੈ ਕੇ ਆਉਣਾ ਜਿੱਥੇ ਅਸੀਂ ਕੈਰੀ ਔਨ ਕਰਕੇ ਗਏ ਸੀਗੇ। ਸੋ ਮੈਂ ਆਹ ਵੈਲਿਊਜ਼ ਕੱਢਣੀਆਂ। ਦੇਖੋ ਮੇਰੇ ਕੋਲ ਦੋ ਵੈਲਿਊਜ਼ ਆਈਆਂ। ਜਦੋਂ ਮੈਂ ਕਹੂੰਗਾ ਵੈਨ r ਇਜ਼ ਇਕੁਅਲ ਟੂ -3/4, ਸੋ ਦੇਖੋ ਪਹਿਲਾ ਨੰਬਰ ਮੇਰਾ ਕਿੰਨਾ ਆਏਗਾ -1/r, ਇਹਦਾ ਮਤਲਬ ਕਿੰਨਾ ਆ ਜਾਏਗਾ -3/4। ਜਦੋਂ ਇੰਨਾ ਆ ਗਿਆ ਦੇਖੋ ਮੇਰਾ 4 ਉੱਤੇ ਚਲ ਜਾਏਗਾ ਤੇ 3 ਨੀਚੇ ਆ ਜਾਏਗਾ ਤੇ ਮਾਈਨਸ ਨਾਲ ਮਾਈਨਸ ਕੈਂਸਲ ਹੋ ਜਾਏਗਾ। ਮੇਰਾ ਪਹਿਲਾ ਨੰਬਰ 4/3 ਆ ਜਾਏਗਾ। ਦੂਜਾ ਨੰਬਰ ਤਾਂ ਮੇਰਾ -1 ਹੀ ਹੈ, ਉਹਦੀ ਤਾਂ ਲੋੜ ਹੀ ਨਹੀਂ ਹੈ। ਤੇ ਤੀਜਾ ਨੰਬਰ ਹੈਗਾ -r, ਸੋ -r ਕਿੰਨਾ ਆ ਜਾਏਗਾ -r ਕਿੰਨਾ ਮੇਰੇ ਕੋਲ -3/4। ਸੋ ਮੇਰਾ ਆਂਸਰ ਕਿੰਨਾ ਆ ਜਾਏਗਾ 3/4। ਸੋ ਮੇਰੀਆਂ ਟਰਮਸ ਕਿੰਨੀਆਂ ਆ ਜਾਣਗੀਆਂ ਇਸ ਕੇਸ ਦੇ ਵਿੱਚ? ਸੋ ਮੈਂ ਕਹੂੰਗਾ ਟਰਮਸ ਆਰ, ਇੱਕ ਤਾਂ ਆ ਜਾਏਗੀ 4/3, ਦੂਜੀ ਟਰਮ ਤਾਂ ਮੇਰੀ -1 ਹੀ ਹੈ, ਤੀਜੀ ਟਰਮ ਮੇਰੀ ਕਿੰਨੀ ਆ ਜਾਏਗੀ -r ਵਾ। ਸੋ ਇਹ ਕਿੰਨੀ ਆਈ ਮੇਰੀ 3/4। ਸੋ ਇੱਕ ਕੇਸ ਸਾਡਾ ਹੋ ਗਿਆ। ਹੁਣ ਮੈਂ ਲਾਉਂਗਾ r ਦੀ ਵੈਲਿਊ ਜਦੋਂ -4/3। ਸੋ ਵੈਨ r ਇਜ਼ ਇਕੁਅਲ ਟੂ -4/3, ਸੋ ਮੇਰਾ -1/r ਕਿੰਨਾ ਆਊਗਾ, ਦੈਟ ਇਜ਼ ਇਕੁਅਲ ਟੂ -1/r ਕਿੰਨਾ ਵਾ -4/3। ਸੋ ਇਹ ਉਲਟ ਆ ਜਾਏਗਾ, ਇਹ ਤੋਂ ਮਤਲਬ 3/4 ਆ ਜਾਏਗਾ। ਉਸ ਤੋਂ ਬਾਅਦ 1 ਤਾਂ ਸੇਮ ਹੀ ਹੈ। ਸੋ r ਜਿਹੜਾ ਮਾਈਨਸ ਦਾ ਉਹ ਕਿੰਨਾ ਆ ਜਾਏਗਾ -4/3। ਸੋ ਤੁਸੀਂ ਇੱਕ ਚੀਜ਼ ਦੇਖੋਗੇ ਨੋਟ ਕਰਕੇ ਕਿ ਟਰਮਸ ਜਿਹੜੀਆਂ ਵਾ ਉਹ ਅਸਲ ਵਿੱਚ ਆਈਆਂ ਸੇਮ ਹੀ ਆ, ਬਟ ਆਈਆਂ ਥੋੜੀਆਂ ਜਿਹੀਆਂ ਉਲਟ ਪੁਲਟ ਵਾ। ਸੋ ਦੇਖੋ ਪਹਿਲੀ ਰਕਮ 3/4, ਦੂਜੀ ਰਕਮ ਤਾਂ ਸਾਡੀ ਇਹਦੇ ਵਿੱਚ ਕੁਝ r ਹੈ ਹੀ ਨਹੀਂ ਸੀਗੀ, ਸੋ ਇਹ ਤਾਂ ਆਹ ਹੀ ਰਹਿਣੀ ਹੈ। ਸੋ -1 ਤੇ ਥਰਡ ਰਕਮ ਸਾਡੀ ਆਹ ਵਾਲੀ, ਸੋ ਦੈਟ ਇਜ਼ ਇਕੁਅਲ ਟੂ 4/3। ਦੇਖੋ ਇੱਥੇ ਵੀ ਆਹੀ ਰਕਮਾਂ ਆਈਆਂ 4/3, ਆ 4/3 ਵਾ, -1 ਇਹ -1 ਆ, ਇਹ 3/4 ਇਹ 3/4। ਸੋ ਅਲਟੀਮੇਟਲੀ ਸਾਡੀਆਂ ਟਰਮਸ ਸੇਮ ਆਈਆਂ ਵਾ, ਕੋਈ ਫਰਕ ਨਹੀਂ ਪੈਂਦਾ। ਇੱਥੇ ਜ਼ਿਆਦਾਤਰ ਇਦਾਂ ਹੀ ਆਇਆ ਕਰੂਗਾ। ਸੋ ਅਸੀਂ ਐਂਡ ਤੇ ਅਲਟੀਮੇਟਲੀ ਲਿਖ ਦਾਂਗੇ ਕਿ ਟਰਮਸ ਆਰ ਰਿਕੁਆਇਰਡ, ਲਿਖ ਸਕਦੇ ਤੁਸੀਂ ਕਿ ਰਿਕੁਆਇਰਡ ਟਰਮਸ ਜਿਹੜੀਆਂ ਆਈਆਂ ਵਾ ਦੋਨੇ ਕੇਸਿਸ ਨੂੰ ਸਟੱਡੀ ਕਰਕੇ ਰਿਕੁਆਇਰਡ ਟਰਮਸ ਆਰ ਸਾਡੇ ਕੋਲ ਆ ਗਈਆਂ ਵਾ 3/4, -1 ਐਂਡ 4/3। ਸੋ ਉਸ ਤੋਂ ਬਾਅਦ ਸਾਡੇ ਕੋਲ ਇੱਕ ਚੀਜ਼ ਪੁੱਛੀ ਗਈ ਸੀ, ਜੇ ਤੁਸੀਂ ਦੇਖੋ ਤਾਂ ਸਵਾਲ ਸਾਡਾ ਪੂਰਾ ਹੋ ਚੁੱਕਾ ਬਿਲਕੁਲ। 4 ਚੋਂ 4 ਮਾਰਕਸ ਸਾਨੂੰ ਮਿਲ ਜਾਣਗੇ। ਸਾਨੂੰ ਕਾਮਨ ਰੇਸ਼ੀਓ ਪੁੱਛੀ ਗਈ ਸੀ। ਸੋ ਕਾਮਨ ਰੇਸ਼ੀਓ ਜਿਹੜੀ ਆ ਉਹ ਸਾਡੀ r ਵਾ। ਸੋ ਅਸੀਂ ਲਿਖ ਸਕਦੇ ਹਾਂ ਕਿ ਕਾਮਨ ਰੇਸ਼ੀਓ ਕਿਹੜੀ ਆਈ ਹੈ ਸਾਡੀ, ਸਾਡੇ ਕੋਲ ਦੋ ਵੈਲਿਊਜ਼ ਆਈਆਂ ਵਾ ਕਾਮਨ ਰੇਸ਼ੀਓਜ਼ ਦੀਆਂ। ਕਾਮਨ ਰੇਸ਼ੀਓ ਸਾਡੀ ਜਿਹੜੀ ਆ ਉਹ ਇੱਕ ਤਾਂ ਇੱਥੇ ਆਈ ਹੈ ਸਾਡੇ ਕੋਲ, ਆ ਦੇਖੋ ਸਾਡੇ ਕੋਲ ਦੋ ਵੈਲਿਊਜ਼ ਕਾਮਨ ਰੇਸ਼ੀਓ ਦੀਆਂ ਆਈਆਂ ਵਾ -3/4 ਐਂਡ 4/3। ਸੋ ਥੀਸ ਆਰ ਦਾ ਟੂ ਵੈਲਿਊਜ਼ ਆਫ ਕਾਮਨ ਰੇਸ਼ੀਓ -3/4 ਤੇ 4/3। ਸੋ ਇੱਕ ਆ ਗਈ -3/4, ਇੱਕ ਕਿਹੜੀ ਆ ਗਈ -4/3। ਸੋ ਜ਼ਿਆਦਾਤਰ ਜੀਪੀ ਦੇ ਵਿੱਚ ਦੋ ਆਂਸਰ ਆਰ ਦੇ ਜਿਹੜੇ ਆ ਉਹ ਆ ਜਾਂਦੇ ਆ। ਸੋ ਕਾਮਨ ਰੇਸ਼ੀਓ ਨੂੰ ਅਸੀਂ ਕੀ ਕਹਿੰਦੇ ਆ, ਆਰ ਕਹਿੰਦੇ ਆ, ਠੀਕ ਹੈ ਜੀ। ਸੋ ਇਹਨੂੰ ਤੁਸੀਂ ਆਰ ਵੀ ਕਹਿ ਸਕਦੇ ਆ, ਤੁਹਾਡੀ ਮਰਜ਼ੀ। ਸੋ ਇਹ ਸਾਡਾ ਪੂਰਾ ਕੰਪਲੀਟ ਸੋਲੂਸ਼ਨ ਸੀਗਾ ਜੋ ਕਿ ਸਾਡੇ ਕੋਲ 11th ਸਮ ਦਾ ਅਸੀਂ ਕੀਤਾ ਸੀਗਾ।
उस तो बाद साडे कोल 12th सम आ। सो असीं 12th सम जिहड़ा वा वो कर सकते हैं। सो असीं 12th सम स्टार्ट करते हैं। सो 12th सम साडे कोल है मीन डेविएशन अबाउट मीन। मीन डेविएशन अबाउट मीन। सो किद्दां कढ सकदे असीं? सो देखो पहलां तां सानूं 10th क्लास वांगू मीन कढना पैना। मीन दा मतलब हुंदा वा मद्धमान। पंजाबी दे विच तुसीं समझिया होना वा मद्धमान, जिहदे विच साडे कोल 3 मैथड हुंदे सी। स्टैप डिवीजन मैथड इदां, डायरैक्ट विधि, प्रति साडे कोल हुंदा सी पग विचलन विधि। सो इदां दियां साडे कोल कुछ काल्पनिक विधि हुंदी सीगी। ठीक है, सो इदां दियां विधियां लगा के असीं सॉल्व करांगे। सो असीं शुरू करदे हां 12th सोल्यूशन। सो देखो पहलां तां साडे कोल है मार्क्स अपने। सो इन्हां नूं असीं इंग्लिश लिखदे हां CI। जिहड़ा साडे कोल 10 to 20 है। सो मैं इत्थे लिख लेना 10 to 20, 20 to 30, 30 to 40, 40 to 50, 50 to 60 एंड 60 to 70 ਤੇ 70 to 80। ਇੱਥੇ ਅਸੀਂ ਟੋਟਲ ਪਾ ਲੈਂਦੇ ਹਾਂ। ਉਸ ਤੋਂ ਬਾਅਦ ਦੂਜਾ ਕਾਲਮ ਸਾਡਾ ਆਉਂਦਾ ਨੰਬਰ ਆਫ ਸਟੂਡੈਂਟਸ ਦਾ, ਉਹਨੂੰ ਅਸੀਂ F ਕਹਿੰਦੇ ਆ, ਮਤਲਬ ਫ੍ਰੀਕੁਐਂਸੀ। F ਕਹਿੰਦੇ ਇਹਨੂੰ ਅਸੀਂ। ਸੋ F ਲਿਖ ਸਕਦੇ ਤੁਸੀਂ ਇਹਨੂੰ। ਸੋ ਦੈਟ ਇਜ਼ ਇਕੁਅਲ ਟੂ 2, 3, 8, 14, then फिर 8 एंड 3 एंड 2। ਇੱਥੇ ਸਾਡਾ ਟੋਟਲ ਆਏਗਾ। ਟੋਟਲ ਨੂੰ ਅਸੀਂ ਜਾਂ ਤਾਂ ਇਹਨੂੰ ਅਸੀਂ कैपिटल N कहने होंगे या इनू कहने सबमिशन F आई भी कह सकते हो। इक्वल टू करके साढ़े को जो जवाब आ जाएगा उसी नीचे लिख लाँगे। तो साढ़े को कितना आएगा? सो ये साढ़े बराबर आ जाएगा। ऐड कर लाँगे 2 ते 3, 5, 5 ते 8, 13, 13 ते 14, 27 ते 8, 35, 36, 37, 38, 39, 40। सो साढ़े को कितना आ जाएगा? 40 जिहड़ा इहदा आंसर आ जाएगा। सो 40 श्योर कर लीजिए एक बारी। सो 8, 2, 3, 8, 2, 3, 8, 9, 10, 13, 13, 26, 26, 40। सो क्लीयर है बिल्कुल। सो पहला मीन कढ़न लई मैं डायरैक्ट मैथड लगाऊंगा। इनू डायरैक्ट मैथड कहते हैं कि तुसीं पहला इत्थे मिड वैल्यू कढोगे। मिड वैल्यू नूं असीं इत्थे XI कहने हैं। XI का मतलब इहदा मिड कढ़ना। तुसीं जो भी इत्थे दिता वा 10 ते 20 इन्हां नूं एडिशन करोगे तो इनू 2 नाल डिवाइड कर दूंगे। साढ़े को आ जाएगा 30/2 मतलब 15 आ जाएगा। फिर मतलब इत्थे 15 आ जाएगा। सेम इत्थे 20 जमा 30, 20 जमा 30 बटा 2 कर देंगे। साढ़े को आ जाएगा 50 बटा 2 जिहड़ा कि 25 आ जाएगा। सो साढ़े को इत्थे 25 आ जाएगा। इत्थों तुसीं आइडिया ला सकते हैं कि 20 तो 25 आया वा, 30 तो कितना आ जाएगा? 35 आ जाएगा, 40 तो कितना आ जाएगा? 45 आ जाएगा, 50 तो कितना आ जाएगा? 55, 60 तो कितना आ जाएगा? 65, 70 तो कितना आ जाएगा? 75 आ जाएगा। सो उस तो नैक्सट असीं जिहड़ा मीन कढना वा पहला। देखो पहला तो मीन डेविएशन कढ़ना वा। डेविएशन बारे तुहानूं पता नहीं हैगा। जदों चैप्टर करावांगे प्रॉपरली या तुसीं जे किते वीडियो देखी आ तो मीन डेविएशन बारे, मीन का मतलब तो मीन ही हुंदा वा। डेविएशनस का मीन कढ़ना सी। डेविएशन का मतलब हुंदा डिफरेंस। तो प्रॉपर तुहानूं इहदी बेसिक्स की वीडियो बना के तुहानूं शेयर कर दांगे, तुसीं जरूर देख लिओ। बट हाल दी घड़ी तुसीं समझना डेविएशन का मतलब हुंदा डिफरेंस। डिफरेंस कितों? मीन तो। सो पहला अबाउट मीन तो असीं डिफरेंस कढ़ने हैं। डेविएशन मतलब डिफरेंस अबाउट मीन कढ़ने हैं। सो मीन कढ़ण का पहला मैथड कि असीं इत्थे FI ते XI नूं मल्टीप्लाई करदे। आ जिहड़ा साडा F वा ना, इहनूं असीं FI कहने हैं। क्यों कहने हैं? क्योंकि आ F1 हुंदा वा, आ F2, F3 इदां चलदा। बट असीं जस्ट सिंपल रखना। जिवें आ XI आ, ये X1 आ, X2 आ, X3 आ, इदां असीं कुछ भी आइडिया नहीं लाउणा। बट सिंपली असीं सॉल्व करांगे। सो देखो FI XI मतलब इन्हां दी मल्टीप्लाई। इनू इन्हां मल्टीप्लाई किया साढ़े को 15 नूं 2 नाल किया 15 2 या 30, 25 नूं 3 नाल किया दैट इज इक्वल टू 75। उस तो बाद 8 नूं 35 ने किया दैट इज इक्वल टू 8 नूं 35 नाल करांगे इसे 35 नूं 8 नाल 04 280 साढ़े को जिहड़ा वा वो आंसर आ जाएगा। उस तो बाद 45 नूं 14 नाल करांगे असीं 45 नूं 14 नाल करांगे 20 2 17 18 5 4 0 4 13 एक आंसर 630 साढ़े को जिहड़ा आ जाएगा। साढ़े को आ जाएगा 45 45 90 9 9 18 450 ते 180। सो 630 साढ़े को जिहड़ा गलत ना हो जाए सम, तां करके करैक्ट कर लीए। सो 55 नूं 8 नाल करांगे असीं 55 नूं 8 नाल गुणा 8 5 40 4 8 5 8 5 40 44 440 साढ़े को जिहड़ा इत्थे आंसर आ जाएगा।
ਉਸ ਤੋਂ ਬਾਅਦ 65 ਨੂੰ 3 ਨਾਲ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 180 195 ਆ ਜਾਏਗਾ। ਦੈਨ 75 ਨੂੰ 2 ਨਾਲ ਕਰਾਂਗੇ ਤਾਂ 150 ਆ ਜਾਏਗਾ। ਇੱਥੇ ਅਸੀਂ ਇਹਨਾਂ ਨੂੰ ਐਡ ਕਰ ਲੈਣਾ, ਸਮੀਸ਼ਨ fi xi। ਤੁਸੀਂ ਇੱਥੇ ਬਹੁਤ ਵਧੀਆ ਟੇਬਲ ਜਿਹਾ ਬਣਾ ਸਕਦੇ ਆ, ਬਟ ਮੈਂ ਨਹੀਂ ਇੱਥੇ ਬਣਾ ਰਿਹਾ, ਸਿੰਪਲੀ ਇਦਾਂ ਹੀ ਲਿਖ ਰਿਹਾ ਮੈਂ। ਸੋ ਇਹ ਸਾਡਾ ਪਹਿਲਾ ਪ੍ਰੋਸੈਸ ਵਾ। ਸਾਨੂੰ 4 ਮਾਰਕਸ ਦਾ ਇਹ ਕੁਐਸਚਨ ਆ, ਬਟ ਫਾਈਨਲ ਐਗਜ਼ਾਮ ਦੇ ਵਿੱਚ ਤੁਹਾਨੂੰ ਇੱਥੋਂ 6 ਮਾਰਕਸ ਦਾ ਕੁਐਸਚਨ ਆਏਗਾ। ਸੋ ਇਹਨਾਂ ਨੂੰ ਅਸੀਂ ਐਡ ਕਰਨਾ। ਦੇਖੋ 0 5 5 10, ਸੋ ਸਾਡੇ ਕੋਲ ਇੱਥੇ ਆ ਜਾਏਗਾ 10 1 ਕੈਰੀ, ਸੋ ਫਿਰ ਆਏਗਾ 3 10 18 19 20 21 25 34 ਤੇ 10 18 19, ਸੋ ਸਾਡੇ ਕੋਲ 10 8 18 19 20 21 25 34 39 ਤੇ 40 ਆ ਜਾਏਗਾ। ਫਿਰ 0 ਆ ਜਾਏਗਾ ਤੇ 4 ਕੈਰੀ ਹੋ ਜਾਣਗੇ। ਸੋ ਐਂਡ ਤੇ ਹੈਗਾ 4 2 6 12 16 17 18, ਸੋ ਸਾਡੇ ਕੋਲ ਇੱਥੇ 1800 ਦੇ ਕਰੀਬ ਜਿਹੜਾ ਸਾਡਾ ਉਹ ਜਿਹੜਾ ਆ ਜਾਏ। ਸੋ 1800 ਆ ਗਿਆ। ਸੋ ਉਸ ਤੋਂ ਬਾਅਦ ਅਸੀਂ ਪਹਿਲਾਂ ਮੀਨ ਕੱਢਾਂਗੇ। ਅਸੀਂ ਕਹਾਂਗੇ ਬਾਏ ਡਾਇਰੈਕਟ ਮੈਥਡ ਸਾਡਾ ਮੀਨ ਜਿਹੜਾ ਨਿਕਲਦਾ ਵਾ, ਮੀਨ ਜਿਹਨੂੰ ਅਸੀਂ ਮੱਧਮਾਨ ਕਹਿੰਦੇ ਸੀਗੇ, x ਦੀ ਬਾਰ, ਉਹਦਾ ਫਾਰਮੂਲਾ ਹੁੰਦਾ ਵਾ ਸਮੀਸ਼ਨ fi xi ਓਵਰ ਸਮੀਸ਼ਨ fi। ਸੋ ਦੇਖੋ ਸਮੀਸ਼ਨ fi xi ਕਿੰਨਾ ਆਇਆ ਸਾਡੇ ਕੋਲ 1800 ਬਟਾ ਸਾਡੇ ਕੋਲ ਕਿੰਨਾ ਵਾ 40। ਸੋ ਸਾਡੇ ਕੋਲ ਇੱਥੇ 0 ਨਾਲ 0 ਕੈਂਸਲ ਹੋ ਗਈ। ਫਿਰ 180 ਨੂੰ 4 ਨਾਲ ਕੈਂਸਲ ਕਰਾਂਗੇ, 4 1 ਜਾਂ ਇਹਨੂੰ ਕੈਂਸਲ ਕਰਾਂਗੇ, 4 4 ਜਾਂ 16 ਤੇ 5, ਸਾਡੇ ਕੋਲ ਆ ਜਾਏਗਾ 45 ਸਾਡਾ ਜਿਹੜਾ ਆਨਸਰ ਹੈ, ਬੜਾ ਵਧੀਆ ਤਰੀਕੇ ਦੇ ਨਾਲ। ਸੋ ਜਦੋਂ ਸਾਡੇ ਕੋਲ ਇਹ ਆਨਸਰ ਆ ਗਿਆ, ਉਸ ਤੋਂ ਬਾਅਦ ਅਸੀਂ ਕੱਢਣਾ ਵਾ ਮੀਨ ਡੇਵੀਏਸ਼ਨ। ਅਸੀਂ ਕੱਢਣਾ ਵਾ ਮੀਨ ਡੇਵੀਏਸ਼ਨ ਅਬਾਊਟ ਮੀਨ। ਸੋ ਇਹਦਾ ਵੀ ਫਾਰਮੂਲਾ ਹੁੰਦਾ ਵਾ, ਇਹਨੂੰ ਸ਼ਾਰਟ ਟਰਮ 'ਚ ਲਿਖਦੇ ਆ ਮੀਨ ਡੇਵੀਏਸ਼ਨ md, ਤੇ ਬ੍ਰੈਕਟ ਦੇ ਵਿੱਚ ਅਸੀਂ ਕੀ ਪਾ ਦਿੰਦੇ ਆ ਮੀਨ। ਸੋ ਇਸ ਤਰੀਕੇ ਨਾਲ ਵੀ ਇਹਨੂੰ ਪਾ ਦਿੰਦੇ ਆ। ਸੋ ਇਹਦਾ ਫਾਰਮੂਲਾ ਕੀ ਹੁੰਦਾ ਦੇਖਣਾ, ਸਮੀਸ਼ਨ fi, ਇਹਨੂੰ ਅਸੀਂ ਕਰਦੇ ਆ xi ਮਾਈਨਸ x ਬਾਰ ਦਾ ਮੋਡ ਬਟਾ ਅਸੀਂ ਫਿਰ fi ਪਾਉਣਾ। ਸੋ ਇਹ ਧਿਆਨ ਨਾਲ ਦੇਖਣਾ। ਸੋ ਪਹਿਲਾਂ ਅਸੀਂ ਕੱਢਾਂਗੇ ਆਹ ਇਹਨਾਂ ਦੀ ਮਲਟੀਪਲਾਈ ਦਾ ਸਮੀਸ਼ਨ। ਸੋ xi ਮਾਈਨਸ x ਬਾਰ ਇੱਥੇ ਅਸੀਂ ਕੱਢਦੇ ਆ। ਅਗਲਾ ਕਾਲਮ ਸਾਡਾ ਹੁੰਦਾ ਵਾ xi ਮਾਈਨਸ x ਬਾਰ ਦਾ ਮੋਡ। ਮੋਡ ਦਾ ਮਤਲਬ ਹੁੰਦਾ ਹਮੇਸ਼ਾ ਆਨਸਰ ਪੋਜ਼ਿਟਿਵ ਆਉਣਾ। ਸੋ ਦੇਖੋ xi ਸਾਡਾ ਪਹਿਲਾ ਕਿੰਨਾ ਆ 15, ਇਹਦਾ ਮਤਲਬ ਅਸੀਂ 15 ਦੇ ਵਿੱਚੋਂ ਮਾਈਨਸ ਕਰਨਾ ਵਾ x ਦੀ ਬਾਰ। x ਦੀ ਬਾਰ ਕਿੰਨਾ ਆਇਆ ਸਾਡੇ ਕੋਲ 45 ਆਇਆ। ਇਹਦਾ ਮਤਲਬ 15 ਦੇ ਵਿੱਚੋਂ ਅਸੀਂ 45 ਕੱਟਾਂਗੇ। ਜਦੋਂ 15 ਚੋਂ 45 ਕੱਟੇ ਸਾਡਾ ਆਨਸਰ ਕਿੰਨਾ ਆਏਗਾ। ਹਰ ਵਾਰੀ ਅਸੀਂ ਜਿਹੜਾ 45 ਕੈਂਸਲ ਕਰਨਾ ਵਾ, ਪਹਿਲਾਂ 15 ਦੇ ਵਿੱਚੋਂ 45 ਕੱਟੇ ਸਾਡੇ ਕੋਲ ਆ ਜਾਏਗਾ -30। ਉਸ ਤੋਂ ਬਾਅਦ ਅਸੀਂ ਆ 25 ਆ, 25 ਦੇ ਵਿੱਚੋਂ 45, ਹਰ ਵਾਰੀ 45 ਕੱਟਣਾ, ਜੋ ਮੀਨ ਆ ਗਿਆ ਤੁਹਾਨੂੰ ਸਵਾਲ ਪੱਕਾ ਇਦਾਂ ਦਾ ਆਏਗਾ। तो साढ़े को आ जाएगा -20। ठीक है जी। उस तो बाद असी 35 ਦੇ ਵਿੱਚੋਂ क्योंकि एक्स आई आ साढ़े को आ जिहड़ा वा ये दिस इज एक्स आई एक्स आई। सो अगेन साढ़े को 35 आ, 35 ਦੇ ਵਿੱਚੋਂ ਅਸੀਂ 45 ਕੱਟਾਂਗੇ, ਸਾਡੇ को कितना आएगा दैट इज इक्वल टू -10। फिर उस तो बाद 45 चों 45 कट्टांगे 0 आ जाएगा। फिर 55 तो 45 कट्टांगे साढ़े को कितना आ जाएगा इत्थे 10 आ जाएगा। फिर 65 चों 45 कट्टांगे साढ़े को 20 आ जाएगा। तो 75 चों 45 कट्टांगे साढ़े को 30 आ जाएगा। सो इस तरीके नाल तुसीं कैलकुलेशन कर लेनी है। सो बड़ी ईजीली सो मैं सिंपली तुहानूं दस देवां साढ़े को जिहड़ियां कैलकुलेशनां वा ये नैगेटिव च आ रही, इस करके असीं उपर मॉड पाया वा, जिहड़ियां साइड ते लाइनां पाईयां वा, इहदा दा मतलब आ कि जदों इन्हां नूं इदां मॉड पाईदा इहदा मतलब इहदा आंसर 30 आउणा। सो साडे कोल जिहड़ा आंसर आ 30 आएगा, इत्थे 20 आएगा, कदी भी नैगेटिव नहीं आऊगा। सो मैं सारे रब कर देना, तुसीं कैलकुलेशन तुहानूं मैं समझाती आ कि इहदे विच्चों हर वारी असीं 45 कट्टना ते साडा आंसर हमेशा पॉजिटिव ही आउणा चाहीदा वा, ये ध्यान रखना। सो साडे आंसर सारे पॉजिटिव असीं लिखते आ। उस तो बाद अगला कॉलम देखो, जो असीं ये लभ लिया इनू असीं एफ आई नाल गुणा करना, मतलब कि असीं आ एफ आई है साडे को, आ जिहड़ी सारी साडे को हैगी आ, इनू असीं इहदे नाल गुणा करना वा। इस तरीके नाल असीं इनू इहदे नाल गुणा करांगे। 2 नूं 30 नाल कीता साडे को इत्थे आ जाएगा एफ आई, इनू असीं एक्स आई माइनस एक्स बार दे नाल गुणा कर देंगे। जो गुणा किया पहला 30 जिहड़ा वा साडा वो 20 नाल गुणा होया, 2 नाल गुणा होया तो 60 आ गया। सो ठीक है, समझ लग गई होएगी। आई थिंक मैं ये जिहड़े सर्कल किए नोट कर देना। पहला 20 इनू असीं इन्ना करांगे, फिर 3 नूं असीं 20 ना करांगे, कितना आ जाएगा फिर 60 आ जाएगा। फिर 8 नूं असीं
10 ਨਾਲ ਕਰਾਂਗੇ ਸਾਡੇ ਕੋਲ 80 ਆ ਜਾਏਗਾ। ਫਿਰ 14 ਨੂੰ ਅਸੀਂ 0 ਨਾਲ ਕਰਾਂਗੇ ਸਾਡੇ ਕੋਲ 0 ਆ ਜਾਏਗਾ। ਫਿਰ 8 ਨੂੰ ਅਸੀਂ 10 ਨਾਲ ਕਰਾਂਗੇ ਸਾਡੇ ਕੋਲ ਅਗੇਨ 80 ਆਏਗਾ। ਫਿਰ 3 ਨੂੰ ਅਸੀਂ 20 ਨਾਲ ਕਰਾਂਗੇ ਸਾਡੇ ਕੋਲ 60 ਆਏਗਾ। ਫਿਰ 2 ਨੂੰ ਅਸੀਂ 30 ਨਾਲ ਕਰਾਂਗੇ ਸਾਡੇ ਕੋਲ ਅਗੇਨ 60 ਆਏਗਾ। ਸੋ ਇਹ ਸਾਡੇ ਕੋਲ ਇਸ ਤਰੀਕੇ ਨਾਲ ਜਿਹੜੇ ਆ ਸਾਰੇ ਆਨਸਰ ਜਿਹੜੇ ਉਹ ਆ ਜਾਣਗੇ। ਸੋ ਉਸ ਤੋਂ ਬਾਅਦ ਸਾਡਾ ਜਿਹੜਾ ਫਾਰਮੂਲਾ ਉਹ ਸਮ ਕਰਦਾ, ਇਹਦਾ ਮਤਲਬ ਹੁੰਦਾ ਸਮ, ਜੋੜ ਹੁੰਦਾ। ਇਹਦਾ ਮਤਲਬ ਹੁੰਦਾ ਜੋੜ ਕਰਕੇ ਲਿਆਓ। ਸੋ ਅਸੀਂ ਇਹਦਾ ਜੋੜ ਕਰਾਂਗੇ। ਜਦੋਂ ਅਸੀਂ ਇੱਥੇ ਇਹਦਾ ਜੋੜ ਕੀਤਾ, ਅਸੀਂ ਇੱਥੇ ਲਿਖਾਂਗੇ ਕਿ ਸਮੇਸ਼ਨ ਐਫ ਆਈ ਐਕਸ ਆਈ ਮਾਈਨਸ ਐਕਸ ਬਾਰ ਦਾ ਮੋਡ, ਇਹਦਾ ਜਿਹੜਾ ਜੋੜ ਆਇਆ ਇਹ ਕਿੰਨਾ ਆਇਆ। ਤੁਸੀਂ ਇਹਨਾਂ ਨੂੰ ਜੋੜ ਕਰ ਲਓਗੇ, ਤੁਹਾਡਾ ਆ ਜਾਏਗਾ 6 6 12 6 18 6 24 8 32 8 40। ਤੁਹਾਡੇ ਕੋਲ ਇੱਥੇ ਆ ਜਾਏਗਾ 40, ਮਤਲਬ ਕਿ 400 ਆ ਜਾਏਗਾ। ਸੋ ਸਾਡਾ ਆਨਸਰ ਕਿੰਨਾ ਆਏਗਾ, ਇਹ ਸਾਡਾ ਕਿੰਨਾ ਆ ਗਿਆ 400। ਤੇ ਬਟ ਆ ਸਾਡਾ ਪਹਿਲਾਂ ਹੀ ਜਿਹੜਾ ਸੀ ਐਫ ਆਈ, ਇਹ ਸਾਡੇ ਕੋਲ ਪਹਿਲਾਂ ਹੀ ਸੀਗਾ, ਇਹ ਸਾਡਾ 40 ਸੀਗਾ। ਸੋ ਅਸੀਂ ਇੱਥੇ ਨਾਲ ਹੀ ਇੱਥੇ ਨੀਚੇ ਪਾਵਾਂਗੇ 40। ਸੋ ਜਿਹੜਾ ਕੈਂਸਲ ਹੋ ਜਾਏਗਾ, ਅਸੀਂ ਕੈਂਸਲ ਕਰਕੇ ਸਾਡਾ ਆਨਸਰ ਜਿਹੜਾ ਇੱਥੇ 10 ਆ ਜਾਏਗਾ। 4 1 ਨੂੰ 4, 4 1 ਜਾਂ 4, 4 10 ਜਾਂ 40। ਸੋ ਸਾਡੇ ਕੋਲ ਦੋਨੇ ਚੀਜ਼ਾਂ ਆ ਗਈਆਂ। ਸਾਡਾ ਜਿਹੜਾ ਮੀਨ ਵਾ ਉਹ ਕਿੰਨਾ ਆਇਆ ਵਾ ਐਕਸ ਦੀ ਬਾਰ, ਮਤਲਬ ਮੀਨ ਜਿਹੜਾ, ਵੈਸੇ ਸਾਨੂੰ ਮੀਨ ਪੁੱਛਿਆ ਹੀ ਨਹੀਂ, ਉਹਨਾਂ ਨੇ ਪੁੱਛਿਆ ਹੀ ਨਹੀਂ ਮੀਨ ਸਾਡੇ ਕੋਲੋਂ ਉਹਨਾਂ ਨੇ ਪੁੱਛਿਆ ਵਾ ਮੀਨ ਡਿਵੀਜ਼ਨ ਅਬਾਊਟ ਮੀਨ, ਜਿਹੜਾ ਕਿ ਉਹ ਸਾਡਾ ਆ ਗਿਆ ਵਾ 10। ਸੋ ਇੱਥੇ ਸਾਡਾ ਕੰਪਲੀਟ ਸੋਲੂਸ਼ਨ ਹੋ ਜਾਂਦਾ ਵਾ। ਸੋ ਇਸ ਤਰੀਕੇ ਨਾਲ ਜੇ ਤੁਸੀਂ ਕਰੋਗੇ, ਜਿੱਦਾਂ ਤੁਸੀਂ ਹੋਰ ਕੋਈ ਵੀਡੀਓ ਸਰਚ ਮਾਰੋਗੇ, ਤੁਹਾਨੂੰ ਈਜ਼ੀਲੀ ਜਿਹੜਾ ਵਾ ਉਹ ਮਿਲ ਜਾਏਗਾ ਕਿ ਮੀਨ ਡੇਵੀਏਸ਼ਨ ਅਬਾਊਟ ਮੀਨ ਕਿੱਦਾਂ ਕੱਢਦੇ। ਥੋੜਾ ਕਾਲ ਕਰਦਾ ਕਿ ਪਹਿਲੇ 2 ਕਾਲਮ ਤਾਂ ਆਹ ਹੀ ਹੁੰਦੇ ਆ, ਉਸ ਤੋਂ ਬਾਅਦ ਮਿਡ ਵੈਲਿਊ ਕੱਢਦੇ ਅਸੀਂ ਇਹਨਾਂ ਦੋਵਾਂ ਨੂੰ ਜੋੜ ਕੇ ਅਸੀਂ 2 ਨਾਲ ਤਕਸੀਮ ਕਰ ਲੈਂਦੇ ਆ, ਸਾਡੇ ਕੋਲ 15 ਆ ਜਾਂਦਾ। ਜਾਂ ਆਈਡੀਆ ਇਹਨਾਂ ਦੇ ਵਿਚਲੀ ਕਿਹੜੀ ਰਕਮ ਆ, ਇਹਨਾਂ ਦੇ ਵਿੱਚ 15 ਵਾ, ਇਹਨਾਂ ਵਿੱਚ 25 ਆ। ਇਸ ਤਰੀਕੇ ਨਾਲ ਲਿਖ ਕੇ ਫਿਰ ਅਸੀਂ ਇਹਨੂੰ ਇਹਦੇ ਨਾਲ ਗੁਣਾ ਕਰਕੇ ਇੱਥੇ ਲਿਖਦੇ ਹਾਂ 15 ਦੂਣਾ 30, 25 30 75। ਅੱਗੇ ਫਰਦਰ ਐਡ ਕਰਕੇ ਮੀਨ ਕੱਢਦੇ ਆ। ਫਿਰ ਆਹ 2 ਕਾਲਮ ਸਾਡੇ ਨਵੇਂ ਐਡ ਹੋਏ ਆ, ਜਿਹੜੇ ਤੁਸੀਂ ਪਹਿਲਾਂ ਨਹੀਂ ਪੜ੍ਹੇ। ਇਹ ਸਾਡੇ +1 ਕਲਾਸ ਦੀ ਜਿਹੜੀ ਸਟੱਡੀ ਆ, ਕਿ ਇਹਦੇ ਵਿੱਚ ਕਦੀ ਵੀ ਮੋਡ ਦਾ ਮਤਲਬ ਹੁੰਦਾ ਵਾ ਕਿ ਕਦੀ ਵੀ ਨੈਗੇਟਿਵ ਨਹੀਂ ਆਉਣਾ ਇੱਥੇ ਥੱਲੇ ਸਾਰੇ। ਉਸ ਤੋਂ ਬਾਅਦ ਇਹਨੂੰ ਅਸੀਂ ਐਫ ਆਈ ਨਾਲ ਗੁਣਾ ਕਰਨਾ, ਇਹਦਾ ਵੀ ਮੀਨ ਕੱਢਣਾ। ਸੋ ਆਈ ਥਿੰਕ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਇਦਾਂ ਤੁਹਾਡਾ ਪੇਪਰ ਜਿਹੜਾ ਤੁਹਾਨੂੰ ਜੁਲਾਈ ਟੈਸਟ ਆਏਗਾ, ਤੁਸੀਂ ਪ੍ਰੋਪਰ ਵੇ ਦੇ ਨਾਲ ਪ੍ਰੈਜੈਂਟੇਸ਼ਨ ਕਰਕੇ ਆਪਣੇ ਟੀਚਰ ਸਾਹਿਬਾਨ ਨੂੰ ਪਿਕਚਰਸ ਸਾਫ਼ ਕਲਿੱਕ ਕਰਕੇ ਉਹਨਾਂ ਨੂੰ ਪਰਸਨਲ ਮੈਸੇਜ ਤੁਸੀਂ ਸੈਂਡ ਕਰ ਸਕਦੇ ਆ, ਜਾਂ ਤੁਸੀਂ ਜਿੱਦਾਂ ਵੀ ਤੁਹਾਡੇ ਟੀਚਰਸ ਨੇ ਤੁਹਾਨੂੰ ਕਿਹਾ ਵਾ ਤੁਸੀਂ ਉਹਨਾਂ ਨੂੰ ਸੈਂਡ ਕਰਕੇ, ਤਾਂ ਕਿ ਉਹ ਤੁਹਾਨੂੰ ਚੈੱਕ ਕਰਕੇ ਸੈਂਡ ਕਰ ਸਕਣ। ਤੇ ਤੁਹਾਡੇ ਨੰਬਰ ਜਿੰਨੇ ਵੀ ਆਉਣਗੇ ਉਹ ਉੱਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਜੋ ਵੀ ਸਾਡੇ ਉੱਪਰ ਅਥਾਰਟੀਜ਼ ਬੈਠੀਆਂ ਨੇ, ਉਹਨਾਂ ਨੂੰ ਲਿਸਟ ਬਣਾ ਕੇ ਭੇਜ ਸਕਣ, ਤਾਂ ਕਿ ਉਹ ਤੁਹਾਨੂੰ ਅਸੈਸ ਕਰ ਸਕਣ। ਸੋ ਇਸ ਵੀਡੀਓ ਨੂੰ 1-2 ਵਾਰੀ ਤੁਸੀਂ ਪ੍ਰੋਪਰਲੀ ਦੇਖੋਗੇ। ਜੇ ਇੱਕ ਵਾਰੀ ਧਿਆਨ ਨਾਲ ਦੇਖ ਲਓਗੇ, ਜੇ ਕੋਈ ਚੀਜ਼ ਇੱਕਦਮ ਕੋਈ ਫਾਸਟ ਬੋਲੀ ਗਈ ਆ, ਤਾਂ ਤੁਸੀਂ ਉਹਨੂੰ ਪੌਜ਼ ਕਰਕੇ ਬੈਕ ਕਰਕੇ ਈਜ਼ੀਲੀ ਇਹਨੂੰ ਜਿਹੜਾ ਤੁਸੀਂ ਸਮਝ ਸਕਦੇ ਆ। ਸੋ ਵਿਸਥਾਰ ਦੇ ਵਿੱਚ ਤੁਹਾਨੂੰ ਸਮਝਾਇਆ। ਸੋ ਇਹਨੂੰ ਸਮਝ ਕੇ ਇਦਾਂ ਦੇ ਕੁਐਸਚਨ ਤੁਸੀਂ ਅਟੈਂਪਟ ਕਰ ਸਕਦੇ ਆ, ਤਾਂ ਕਿ ਤੁਹਾਡਾ ਜੁਲਾਈ ਟੈਸਟ ਜਿਹੜਾ ਉਹ ਵਧੀਆ ਹੋ ਜਾਵੇ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬੈਸਟ ਵਿਸ਼ੇਸ ਕਿ ਤੁਹਾਡਾ ਜਿਹੜਾ ਜੁਲਾਈ ਟੈਸਟ ਆ ਉਹ ਬੈਸਟ ਤੋਂ ਬੈਸਟ ਹੋਵੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਥੈਂਕ ਯੂ।